ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਪੰਜਾਬੀ ਭਾਸ਼ਾ ਚੈਨਲ 'ਤੇ ਆਪ ਸਭ ਦਾ ਸਵਾਗਤ ਹੈ। ਅੱਜ ਆਪਾਂ 10ਵੀਂ ਜਮਾਤ ਦੀ ਪਾਠ ਪੁਸਤਕ ਸਾਹਿਤ ਵੰਨਗੀ ਵਿੱਚ ਦਰਜ ਸੰਤ ਸਿੰਘ ਸੇਖੋਂ ਜੀ ਦਾ ਇਕਾਂਗੀ ਨਾਟਕ ਜਿਸ ਦਾ ਨਾਂ ਹੈ ਦੂਜਾ ਵਿਆਹ, ਉਸ ਬਾਰੇ ਪੜ੍ਹਾਂਗੇ। ਪਹਿਲਾਂ ਅਸੀਂ ਸੰਤ ਸਿੰਘ ਸੇਖੋਂ ਜੀ ਦੇ ਜੀਵਨ 'ਤੇ ਇੱਕ ਝਲਕ ਮਾਰਦੇ ਹਾਂ। ਸੰਤ ਸਿੰਘ ਸੇਖੋਂ ਦਾ ਜਨਮ ਚੱਕ ਨੰਬਰ 70 ਝੰਗ ਬ੍ਰਾਂਚ ਜ਼ਿਲ੍ਹਾ ਲਾਇਲਪੁਰ ਪਾਕਿਸਤਾਨ ਵਿੱਚ ਮਾਤਾ ਪ੍ਰੇਮ ਕੌਰ ਅਤੇ ਪਿਤਾ ਸ਼੍ਰੀ ਹੁਕਮ ਸਿੰਘ ਜੀ ਦੇ ਘਰ 31 ਮਈ 1908 ਈਸਵੀ ਵਿੱਚ ਹੋਇਆ। ਉਹਨਾਂ ਨੇ ਅੰਗਰੇਜ਼ੀ ਅਤੇ ਅਰਥ ਸ਼ਾਸਤਰ ਵਿੱਚ MA ਕੀਤੀ। ਉਹਨਾਂ ਦਾ ਦਾਦਕਾ ਪਿੰਡ ਭਾਵ मतलब जहाँ उसके दादाजी वगैरह रहते थे। दादका पिंड वो होता है जो नानका पिंड होता है जो हमारे मम्मी के पेरेंट्स रहते हैं, और दादका पिंड होता है जहाँ पे हमारे पिता के पेरेंट्स रहते हैं। ਜ਼ਿਲ੍ਹਾ ਲੁਧਿਆਣਾ ਹੈ। ਕਾਲਜਾਂ ਵਿੱਚ ਪ੍ਰੋਫੈਸਰ ਦੀ ਨੌਕਰੀ ਕਰਨ ਤੋਂ ਬਿਨਾਂ ਉਹ ਮਾਤਾ ਗੁਜਰੀ ਕਾਲਜ ਫਤਿਹਗੜ੍ਹ ਸਾਹਿਬ, ਖਾਲਸਾ ਕਾਲਜ ਪਟਿਆਲਾ ਅਤੇ ਗੁਰੂ ਗੋਬਿੰਦ ਸਿੰਘ ਰਿਪਬਲਿਕ ਕਾਲਜ ਜੰਡਿਆਲਾ ਦੇ ਪ੍ਰਿੰਸੀਪਲ ਰਹੇ। उन्होंने दे प्रमुख कहानी संग्रह समाचार कामे ते जोधे, आपको इन्हें भी अच्छे से याद करना होगा क्योंकि क्या होता है कई बार क्वेश्चन शॉर्ट क्वेश्चन में आ जाता है कि संत सिंह सेखों दे किहड़े कहानी संग्रह लिखे जा, इसते 4 ऑप्शन दे दिते जाते हैं तो पूछ लिया जाता है कि इन्हां विचों संत सिंह सेखों द्वारा लिखा गया कहानी संग्रह किहड़ा है। तो इन्हां नूं तुसीं ध्यान नाल पढ़ना है। अद्धी वाट, तीजा पैर, 12 दरी आदि ਸੇਖੋਂ ਦੇ ਪ੍ਰਮੁੱਖ ਨਾਟਕ ਕਲਾਕਾਰ ਨਾਰਕੀ, ਮੋਇਆ ਸਾਰਨਾ ਕਾਈ, ਭੂਦਾਨ ਵਾਰਸ, ਮਿੱਤਰ ਪਿਆਰਾ, ਦਮਯੰਤੀ ਆਦਿ ਹਨ। ਉਹਨਾਂ ਦੇ ਲਗਭਗ 10 ਇਕਾਂਗੀ ਸੰਗ੍ਰਹਿ, 6 ਘਰ, ਤਪਿਆ ਕਿਉਂ ਖਪਿਆ, 59 ਸੁਨੇਹੇ ਆਦਿ ਹਨ। ਉਹਨਾਂ ਦਾ ਪ੍ਰਸਿੱਧ ਨਾਵਲ ਲਹੂ ਮਿੱਟੀ ਹੈ। ਉਹਨਾਂ ਨੇ ਅੰਗਰੇਜ਼ੀ ਵਿੱਚ ਪੰਜਾਬੀ ਸਾਹਿਤ ਦਾ ਇਤਿਹਾਸ ਲਿਖਿਆ। ਉਹਨਾਂ ਨੇ ਆਪਣੀਆਂ ਰਚਨਾਵਾਂ ਵਿੱਚ ਸਮਾਜਵਾਦੀ ਪੱਖ ਅਪਣਾਇਆ। ਸੇਖੋਂ ਨੇ ਬੌਧਿਕ ਚਿੰਤਨ ਪੱਖੋਂ ਨਵੇਂ ਦਿਸਹੱਦੇ ਕਾਇਮ ਕੀਤੇ ਅਤੇ ਮਾਰਕਸਵਾਦੀ ਦ੍ਰਿਸ਼ਟੀ ਨੂੰ ਅਪਣਾਇਆ, ਜਿਸ ਕਾਰਨ ਆਪਣੀਆਂ ਰਚਨਾਵਾਂ ਵਿੱਚ ਇਤਿਹਾਸਕ, ਰਾਜਨੀਤਿਕ ਅਤੇ ਸੱਭਿਆਚਾਰਕ ਦ੍ਰਿਸ਼ਟੀ ਅਗਰਗਾਮੀ ਹੈ। ਉਹਨਾਂ ਦੇ ਨਾਟਕ ਕਿਸੇ ਗੰਭੀਰ ਖਿਆਲ ਦੇ ਧੁਰੇ ਦੁਆਲੇ ਘੁੰਮਦੇ ਹਨ। ਸੇਖੋਂ ਦੇ ਨਾਟਕ ਖੇਡੇ ਘੱਟ, ਪੜ੍ਹੇ ਬਹੁਤੇ ਜਾਂਦੇ ਹਨ। ਖੇਡੇ मतलब पढ़ते भी उनको कम पेश किया जाता है, पढ़ा ज़्यादा जाता है। ਨਾਟਕ ਮਿੱਤਰ ਪਿਆਰਾ ਨੂੰ ਸਾਹਿਤ ਅਕਾਦਮੀ ਦਿੱਲੀ ਵੱਲੋਂ ਪੁਰਸਕ੍ਰਿਤ ਕੀਤਾ ਗਿਆ। ਭਾਰਤ ਸਰਕਾਰ ਨੇ ਆਪ ਦੀਆਂ ਸਾਹਿਤਕ ਸੇਵਾਵਾਂ ਕਾਰਨ ਆਪ ਨੂੰ ਪਦਮ ਸ਼੍ਰੀ ਦੀ ਉਪਾਧੀ ਨਾਲ ਅਲੰਕ੍ਰਿਤ ਕੀਤਾ। ਸੰਤ ਸਿੰਘ ਸੇਖੋਂ ਨਾਟਕਕਾਰ, ਕਹਾਣੀਕਾਰ ਅਤੇ ਆਲੋਚਕ ਸਨ। ਉਹਨਾਂ ਦੀ ਪੁਸਤਕ ਸਾਹਿਤਾਰਥ ਪੰਜਾਬੀ ਆਲੋਚਨਾ ਵਿੱਚ ਇੱਕ ਮੀਲ ਪੱਥਰ ਹੈ। 7 ਅਕਤੂਬਰ 1997 ਈਸਵੀ ਵਿੱਚ ਆਪ ਜੀ ਦਾ ਦੇਹਾਂਤ ਹੋ ਗਿਆ। ਹਥਲੀ ਪੁਸਤਕ ਵਿੱਚ ਇਹਨਾਂ ਦਾ ਇਕਾਂਗੀ ਦੂਜਾ ਵਿਆਹ ਸ਼ਾਮਲ ਕੀਤਾ ਗਿਆ ਹੈ, ਜਿਸ ਬਾਰੇ ਅੱਜ ਅਸੀਂ ਪੜ੍ਹਾਂਗੇ। ਇਸ ਇਕਾਂਗੀ ਵਿੱਚ ਜਗੀਰਦਾਰੀ ਪ੍ਰਥਾ ਦੇ ਸਮੇਂ ਤੋਂ ਪ੍ਰਚਲਿਤ ਦੂਜੇ ਵਿਆਹ ਦੀ ਸਮੱਸਿਆ ਨੂੰ ਬਹੁਤ ਹੀ ਭਾਵਪੂਰਕ ਢੰਗ ਨਾਲ ਪੇਸ਼ ਕੀਤਾ ਗਿਆ ਹੈ। ਇਕਾਂਗੀ ਵਿੱਚ ਨਿਹਾਲ ਕੌਰ ਆਪਣੀ ਨੂੰਹ ਮਨਜੀਤ ਕੌਰ ਨੂੰ ਹਰ ਵਕਤ ਤਾਨੇ ਮਿਹਣੇ ਦਿੰਦੀ ਹੈ ਅਤੇ ਪੁੱਤਰ ਦੇ ਦੂਜੇ ਵਿਆਹ ਦੇ ਡਰਾਵੇ ਦਿੰਦੀ ਹੈ। ਜਦੋਂ ਉਸ ਨੂੰ ਪਤਾ ਲੱਗਦਾ ਹੈ ਕਿ ਉਸ ਦਾ ਜਵਾਈ ਦੂਜਾ ਵਿਆਹ ਕਰਵਾਉਣ ਜਾ ਰਿਹਾ ਹੈ ਤਾਂ ਉਸ ਦੀ ਮਾਨਸਿਕ ਅਵਸਥਾ ਵੇਖਣ ਵਾਲੀ ਹੁੰਦੀ ਹੈ। ਇਕਾਂਗੀ ਵਿੱਚ ਨੂੰਹ ਪੁੱਤਰ ਦੇ ਰੂਪ ਵਿੱਚ ਮਨਜੀਤ ਅਤੇ ਸੁਖਦੇਵ ਦਾ ਵਿਹਾਰ ਸਹੀ ਸੇਧ ਦੇਣ ਵਾਲਾ ਹੈ। ਮਨਜੀਤ ਆਪਣੀ ਸੱਸ ਨਾਲ ਬਹੁਤ ਹੀ ਨਿਮਰਤਾ ਨਾਲ ਪੇਸ਼ ਆਉਂਦੀ ਹੈ। ਉਸ ਦਾ ਇਸਤਰੀ ਸਭਾ ਦੀ ਮੈਂਬਰ ਦੇ ਰੂਪ ਵਿੱਚ ਕਾਰਜਸ਼ੀਲ ਹੋਣਾ औरत जाति ਦਾ ਆਪਣੇ ਹੱਕਾਂ ਪ੍ਰਤੀ ਚੇਤਨ ਹੋਣ ਦਾ ਪ੍ਰਤੀਕ है। मंजीत अपनी ननान यानी कि उसकी जो ननद है, उसके पति की बहन ਦੇ ਪਤੀ ਵੱਲੋਂ ਦੂਜਾ ਵਿਆਹ ਕਰਵਾਉਣ ਦੀ ਖਬਰ ਸੁਣ ਕੇ ਢੇਰੀ ਨਹੀਂ ਢਾਉਂਦੀ, मतलब ਉਦਾਸ ਨਹੀਂ ਹੋਤੀ, ਹੌਸਲਾ ਨਹੀਂ ਹਾਰਤੀ, ਸਗੋਂ ਇਸਤਰੀ ਸਭਾ ਰਾਹੀਂ ਇਸ ਮਸਲੇ ਨੂੰ ਹੱਲ ਕਰਨ ਦੀ ਗੱਲ ਕਰਦੀ ਹੈ। ਇਸ ਇਕਾਂਗੀ ਵਿੱਚ ਸੰਤ ਸਿੰਘ ਸੇਖੋਂ ਨੇ ਭਾਰਤੀ ਸੱਭਿਆਚਾਰ ਦਾ ਸਹੀ ਅਤੇ ਪ੍ਰਭਾਵਸ਼ਾਲੀ ਚਿੱਤਰ ਪੇਸ਼ ਕੀਤਾ। ਨਿਹਾਲ ਕੌਰ ਆਪਣੇ ਪੁੱਤਰ ਦਾ ਦੂਜਾ ਵਿਆਹ ਕਰਨ ਦੀ ਗੱਲ ਬਾਰ-ਬਾਰ ਕਰਨ ਦਾ ਸੰਬੰਧ ਮਨੁੱਖੀ ਮਾਨਸਿਕਤਾ ਨਾਲ ਵੀ ਜੁੜਿਆ ਹੋਇਆ ਹੈ, ਕਿਉਂਕਿ ਉਸ ਦੇ ਆਪਣੇ ਪਤੀ ਨੇ ਇੱਕ ਵਾਰ ਸੰਤਾਨ ਪ੍ਰਾਪਤੀ ਲਈ ਦੂਜਾ ਵਿਆਹ ਕਰਵਾ ਲਿਆ ਸੀ। ਤਾਂ ਹੁਣ ਅਸੀਂ ਇਸ ਇਕਾਂਗੀ ਨੂੰ ਵਿਸਤਾਰ ਵਿੱਚ ਪੜ੍ਹਦੇ ਹਾਂ, ਜਿਸ ਦਾ ਨਾਂ ਹੈ ਦੂਜਾ ਵਿਆਹ। ਸੰਤ ਸਿੰਘ ਸੇਖੋਂ ਇਸ ਦੇ ਲੇਖਕ ਹਨ। ਤਾਂ ਇਸ ਦੇ ਵਿੱਚ ਪਾਤਰ ਯਾਨੀ ਕਿ ਕਰੈਕਟਰ निहाल कौर सुखदेव दी माँ, मंजीत सुखदेव दी वोटी यानी कि उसकी बीवी, सुखदेव वो आप।
ਮਨਜੀਤ ਚੁੱਲ੍ਹੇ ਚੌਂਕੇ ਵਿੱਚ ਦੁਪਹਿਰ ਦੀ ਰੋਟੀ ਦਾ ਆਹਰ ਪਾਹਰ करदी एक थां तो दूजी। आहर पाहर मतलब कि उसको तैयारी उसकी खाने की तैयारी में लगी हुई थी। दूजी तो तीजी थां घूमती फिरदी है। थोड़ी बिथ उत्ते, थोड़ी बिथ मतलब थोड़ी सी दूरी पे उत्ते एक नुक्कर विच चरखा डाही निहाल कौर कत रही है, मतलब वो चरखा कात रही है। निहाल कौर रोज करलौनियाँ मतलब हर करलौनियाँ मतलब रोज कहनियाँ बोलदियाँ बई रोटी टुक वेले सिर कर लिया कर, पर ऐस बहू दे दीदे नहीं बढ़दी, मतलब उसको समझ में नहीं आती कि मैं रोज बोलती हूँ टाइम से खाना बना लिया करो। देखता से किड्डी धुप चढ़ आई है, मतलब कितनी धूप निकल आई है। ये अजे सब्जी चीरदी फिरदी है, कि अभी वो सब्जी ही काट रही है। मनजीत कोई नहीं माँ जी, एडा कवेड़ा नहीं होया। कुवेड़ा मतलब कि अभी ज़्यादा टाइम नहीं हुआ, इतना लेट नहीं हुए। वेला ही है 10 ही बजे ने, अजे मैं 11 बजे ਨੂੰ रोटी टुक ਐਨ ਤਿਆਰ कर दूँ। बापू जी तो 12 बजे तो पहला नहीं रोटी खाते। निहाल कौर वजे देख देख के पैर धरती है, मतलब टाइम देख देख के ही काम करती है। 10 नहीं बजे हाले धुप तो देख कित्थे आ चली है। मनजीत रुत बदल रही है माँ जी, सूरज हुण छेती चढ़ जाता है। निहाल कौर घड़ी दे गया वजे देखण नूं, पता नहीं की सिर पा लिया मुंडे दे। असीं तां उमरां नंगा लईआं, कदे घड़ी घुड़ी ना देखी ते ना ही सानूं ये देखणी आउंदी है। धुप दे हिसाब सारे काम वेले सिर कर लईदे सी। ਇਹ ਹੁਣ ਘੜੀ ਦੀਆਂ ਸ਼ਕੀਨਾਂ ਘੜੀ ਦੇਖੇ ਬਿਨਾ ਮੰਜੇ ਤੋਂ ਨਹੀਂ ਉੱਠਦੀਆਂ। ਮਨਜੀਤ ਹੱਸ ਕੇ ਤੁਸੀਂ ਵੀ ਘੜੀ ਦੇਖਣੀ ਸਿੱਖ ਲਓ ਮਾਂ ਜੀ। ਨਿਹਾਲ ਕੌਰ ਹੁਣ ਤੂੰ ਸਿਖਾਏਂਗੀ ਮੈਨੂੰ ਘੜੀ ਦੇਖਣ, ਹੋਰ ਵੀ ਬਹੁਤ ਕੁਝ ਸਿਖਾਵੇਂਗੀ। ਮਨਜੀਤ ਗੱਲ ਨੂੰ ਹਾਸੇ ਵਿੱਚ ਪਾਉਣ ਲਈ ਹੋਰ ਹੁਣ ਤੁਹਾਨੂੰ ਕੀ ਸਿੱਖਣ ਦੀ ਲੋੜ ਹੈ ਮਾਂ ਜੀ, ਸੁੱਖ ਨਾਲ ਸਾਰਾ ਟੱਬਰ ਤੁਹਾਡੇ ਅਨੁਸਾਰ ਚੱਲਦਾ, ਇੱਕ ਮੈਂ ਹੀ ਜਰਾ ਮੱਤ ਦੀ ਹੌਲੀ ਹਾਂ। ਨਿਹਾਲ ਕੌਰ ਅਨੁਸਾਰ ਚੱਲਦਾ ਟੱਬਰ, ਤੈਨੂੰ ਬੁਰਾ ਲੱਗਦਾ ਕਿ ਬਈ ਮੁੰਡਾ ਮੇਰੇ ਕਹਿਣੇ ਵਿੱਚ ਕਿਉਂ ਹੈ? ਸਿਖਾ ਲਈ ਹੁਣ ਆ ਜਾਊਗਾ ਤਾਂ। ਮਨਜੀਤ ਮੈਂ ਕੀ ਸਿਖਾਉਣਾ ਮਾਂ ਜੀ, ਮੈਨੂੰ ਕੋਈ ਦੁੱਖ ਹੈ ਤੁਹਾਡੇ ਰਾਜ ਵਿੱਚ? ਤੇ ਫਿਰ ਮੈਂ ਕੌਣ ਹੈ ਸਿਖਾਉਣ ਵਾਲੀ? ਉਹਨਾਂ ਇੰਨੇ ਪੜ੍ਹਿਆਂ ਲਿਖਿਆਂ ਨੂੰ, ਉਹਨਾਂ ਤੋਂ ਤਾਂ ਦੁਨੀਆ ਸਿੱਖਦੀ ਹੈ। ਨਿਹਾਲ ਕੌਰ ਢਿੱਲ ਤਾਂ ਬਥੇਰਾ ਲਾਉਣੀ ਹੈ, ਮੇਰਾ ਪੁੱਤ ਹੈ, ਨਹੀਂ ਸਿੱਟਦਾ ਮੇਰੀ ਗੱਲ, ਤੇਰੇ ਵੱਲੋਂ ਤਾਂ ਕੋਈ ਕਸਰ ਨਹੀਂ। ਮਨਜੀਤ ਕਿਉਂ ਮੈਂ ਕੀ ਕਰਦੀ ਹਾਂ ਮਾਂ ਜੀ? ਮੈਂ ਕੋਈ ਤੁਹਾਡੀ ਗੱਲ ਸਿੱਟਦੀ ਹਾਂ ਬਈ ਉਹਨਾਂ ਨੂੰ ਸੁੱਟਣ ਲਈ ਆਖਦੀ ਹਾਂ, मतलब आपकी बात कहना मैं नहीं मानती, ਜਾਂ अपने पति को भी बोलती हूँ कि वो आपकी बात ना माने। निहाल कौर आख ਲਈ ਆਜੂਗਾ ਪਰਸੋਂ, ਤਿੰਨਾਂ ਚੌਂ ਦਿਨਾਂ ਦੀ ਬਥੇਰੇ ਅਛਨੇ ਪਛਨੇ ਕਰਦੀ ਹੈ, ਸੋਹਣੀ ਬਣ ਕੇ ਦਿਖਾਏਂਗੀ ਉਹਨੂੰ। ਮਨਜੀਤ ਮਾਂ ਜੀ ਇਹ ਭਲਾ ਕੀ ਗੱਲ ਕੀਤੀ ਤੁਸੀਂ? ਉਹਨਾਂ ਨੂੰ ਨਾ ਸੋਹਣੀ ਬਣ ਕੇ ਦਿਖਾਵਾਂ ਤਾਂ ਹੋਰ ਕਿਹਨੂੰ ਦਿਖਾਵਾਂ? ਨਿਹਾਲ ਕੌਰ ਚੰਗਾ ਜਵਾਬੋਂ ਨਹੀਂ ਤੂੰ ਖੁੰਝਦੀ, ਜਵਾਬ ਹਰੇਕ ਗੱਲ ਦਾ ਤੁਰਤ ਦੇਣ ਜਾਣਦੀ ਏ। ਗੋਭੀ ਦੇਖ ਕਿੱਡੀ ਕਿੱਡੀ ਕੱਟੀ ਹੈ, ਡੰਗਰਾਂ ਨੇ ਖਾਣੀ ਹੈ ਇਹ? ਮਨਜੀਤ ਨਹੀਂ ਮਾਂ ਜੀ, ਬਾਪੂ ਜੀ ਬਹੁਤੀ ਛੋਟੀ ਕੱਟੀ ਹੋਈ ਪਸੰਦ ਨਹੀਂ ਕਰਦੇ। ਨਿਹਾਲ ਕੌਰ ਬਾਪੂ ਜੀ ਇਹ ਕਹਿੰਦੇ ਨੇ, ਬਾਪੂ ਜੀ ਉਹ ਕਹਿੰਦੇ ਨੇ। ਬਾਪੂ ਜੀ ਕੀ ਕਹੇ ਹੁਣ, ਸਿਆਣਾ ਆਦਮੀ, ਵੱਡੀ ਕੱਟ ਦਿੰਨੀ ਹੈ ਤਾਂ ਵੱਡੀ ਵੱਡੀ ਖਾ ਲੈਂਦਾ ਹੈ। ਸਾਡੇ ਸਮੇਂ ਤਾਂ ਬਾਪੂ ਜੀ ਵੀ ਬਥੇਰਾ ਚੜ੍ਹਦੇ ਤੋਂ ਚੜ੍ਹਦਾ ਸੀ, ਸਾਡੇ ਕੋਲੋਂ ਤਾਂ ਕਿਤੇ ਸਬਜ਼ੀ ਭਾਜੀ ਵਿੱਚ ਕੋਈ ਨੁਕਸ ਰਹਿ ਜਾਂਦਾ ਤਾਂ ਥਾਲ ਮੱਥੇ ਵਿੱਚ ਮਾਰਦੇ ਸੀ। ਅੱਜ ਕੱਲ੍ਹ ਦੀਆਂ ਨੂੰਹਾਂ ਤਾਂ ਸਹੁਰਿਆਂ ਨੂੰ ਵੀ ਡਰਾ ਲੈਂਦੀਆਂ ਨੇ। ਮਨਜੀਤ ਮੈਂ ਕਾਹਨੂੰ ਕਿਸੇ ਨੂੰ ਡਰਾਉਣਾ ਮਾਂ ਜੀ, ਮੈਂ ਤਾਂ ਤੁਹਾਡੀ ਸਭ ਦੀ ਸੇਵਕ ਹਾਂ। ਨਿਹਾਲ ਕੌਰ ਤਾਂ ਹੀ ਸਭ ਕੰਮ ਫੁਰਤੀ ਨਾਲ ਕਰ ਦਿੰਨੀ ਏ। ਵੱਡੀ ਸੇਵਕ ਹੁਣ ਬਹੁਤੀ ਅੱਗ ਬਾਲ ਕੇ ਕਰ ਲਵੇਂਗੀ ਸਬਜ਼ੀ ਤਿਆਰ, ਤੇ ਉਹ ਭਲਾ ਮਾਨਸ ਵੀ ਖਾ ਜਾਊ ਅੱਧ ਰਿੱਝੀ। ਮਨਜੀਤ ਨਹੀਂ ਮਾਂ ਜੀ, ਬਾਪੂ ਜੀ ਭਾਜੀ ਬਹੁਤ ਰਿੱਝੀ ਪਸੰਦ ਨਹੀਂ ਕਰਦੇ, ਖੜਵੀ ਖਾ ਕੇ ਖੁਸ਼ ਨੇ। ਖੜਵੀ ਮਤਲਬ ਜੋ ਜ਼ਿਆਦਾ ਪੱਕੀ ਨਾ ਹੋ। ਨਿਹਾਲ ਕੌਰ ਚੰਗਾ ਹੋਰ ਮੱਤਾਂ ਨਾ ਦੇ ਮੈਨੂੰ, ਦਿਨ ਵੱਲ ਦੇਖ ਜਰਾ, ਆਪਣੇ ਗਲੋਟਿਆਂ ਵੱਲ ਦੇਖ ਕੇ, मतलब जो वो कात रही थी, चरखा कात रही थी, सूत कात लिया था उसने। मैं 3 गलोटे ला लए ने सवेर दे, चौथा भरिया होया, ਇਹਦੇ ਕੋਲੋਂ हार शिंगारी मसां ही पूरा होया। ਮਨਜੀਤ ਮਾਂ ਜੀ ਮੈਂ ਜਰਾ ਪੜ੍ਹਨ ਬੈਠ ਗਈ ਸੀ, ਨਹਾਉਣ ਧੋਣ ਤੇ ਤਾਂ 15 ਮਿੰਟ ਵੀ ਨਹੀਂ ਲਾਏ। ਨਿਹਾਲ ਕੌਰ ਪੜ੍ਹਨ ਬੈਠ ਗਈ ਸੀ, ਇਹ ਵੀ ਕੰਮ ਸੀ ਮੇਰਾ, ਪੜ੍ਹਾ ਦਿੱਤੀ ਏ। ਮਾਂ ਨੇ 4 ਅੱਖਰ ਤੇ ਦਿਖਾਉਂਦੀ ਏ ਸਭ ਨੂੰ ਵਿਦਵਾਨ ਬਣ ਕੇ। ਇੱਕ ਗਵਾਂਢਣ ਮਿਲ ਗਈ ਹੈ ਉਹੋ ਜਿਹੀ ਇਹਨੂੰ। ਮਨਜੀਤ ਚੁੱਲ੍ਹੇ 'ਤੇ ਸਬਜ਼ੀ ਰੱਖਦੀ ਹੋਈ ਖੜੀ ਹੋ ਕੇ ਰੱਬ ਦਾ ਵਾਸਤਾ ਮਾਂ ਜੀ ਗੁਆਂਢਣ ਵਿਚਾਰੀ ਨੂੰ ਨਾ ਕੁਛ ਕਹੋ। ਨਿਹਾਲ ਕੌਰ ਕਿਉਂ ਨਾ ਕਹਾਂ, ਉਹੀ ਤਾਂ ਤੈਨੂੰ ਪੁੱਠੀਆਂ ਮੱਤਾਂ ਦਿੰਦੀ ਹੈ। ਮਨਜੀਤ ਕੁਝ ਖਿੱਝ ਕੇ ਕੀ ਪੁੱਠੀਆਂ ਮੱਤਾਂ ਦਿੰਦੀ ਹੈ? ਪੁੱਠੀਆਂ मतलब कि उल्टी बातें सिखाती है। निहाल कौर बना लई मैं सभा माँ, बना लईए
ਸਭਾ ਮਾਂ ਵਾਲੀ ਜੱਗ ਜਿੱਤ ਲਊਂਗੀਆਂ ਇਹ ਸਵਾਵਾਂ ਬਣਾ ਕੇ। ਰਾਤ ਬੈਠੀ ਰਹੀ ਅੱਧੀ ਰਾਤ ਤੱਕ ਉਹਦੇ ਕੋਲ, ਹੋਰ ਮਿਲ ਗਈਆਂ ਨੇ ਬਥੇਰੀਆਂ ਉਹਦੀ ਚੌਂਕੀ ਭਰਨ ਨੂੰ। ਅੱਖੇ ਮੀਟਣ ਹੁੰਦੀ ਏ ਸਾਡੀ, ਮੀਟਣ ਮਤਲਬ ਕਿ ਮੀਟਿੰਗ ਹੁੰਦੀ ਏ। ਮਨਜੀਤ ਅੱਧੀ ਰਾਤ ਕਿਹੜੀ ਮਾਂ ਜੀ, 15 ਮਿੰਟ ਲਈ ਗਈ ਸੀ, ਉਹ ਵੀ ਤੁਹਾਥੋਂ ਪੁੱਛ ਕੇ। ਨਿਹਾਲ ਕੌਰ ਨਾ ਹਾਂ ਮੈਥੋਂ ਪੁੱਛ ਕੇ, ਮੇਰੇ ਪੁੱਛਣ ਨੂੰ ਬਹੁਤ ਉਡੀਕਦੀ ਏ ਤੂੰ। ਕਹਿ ਗਈ ਹੋਵੇਂਗੀ ਜਾਂਦੀ ਜਾਂਦੀ ਮੈਨੂੰ ਪੁੱਛਿਆ ਸੀ। ਸਭਾ ਦੀ ਮੈਂਬਰ ਬਣਨ ਲੱਗੀ ਨੇ, ਹੋਰ ਨਵਾਂ ਢੰਗ ਕੱਢਿਆ ਇਹਨਾਂ ਨੇ ਖਸਮਾਂ ਨੂੰ ਵੱਸ ਕਰਨ ਦਾ। ਇਹਨੂੰ ਤੂੰ ਮੇਰੇ ਮੁੰਡੇ ਦੇ ਲਾਇਕ ਬਣ ਜਾਵੇਂਗੀ ਸਭਾ ਦੀ ਮੈਂਬਰ ਬਣ ਕੇ। ਮਨਜੀਤ ਲਾਇਕ ਨੂੰ ਮੇਰੇ ਵਿੱਚ ਕੀ ਨੁਕਸ ਹੈ ਮਾਂ जी, मैं अन्नी हाँ, काणी हाँ, गूंगी हाँ, बोली हाँ। मतलब अन्नी हाँ मतलब मुझे दिखाई नहीं देता, काणी हाँ मतलब एक आंख से नहीं दिखता, गूंगी हाँ मतलब जो बोल नहीं पाती, और बोली हाँ मतलब जो सुन नहीं पाती। निहाल कौर गूंगी तैनू कौन बनाउंदा है, बथेरी चलदी है लुतर लुतर जवान। बना लै ਜਿਹੜੀਆਂ ਸਵਾਵਾਂ ਬਣਾਉਣੀਆਂ ਨੇ, ਕਰ ਲੈ ਮਨਸੂਬੇ ਗੁਆਂਢਣ ਨਾਲ, ਮੇਰੇ ਮੁੰਡੇ ਦੇ ਲਾਇਕ ਨਹੀਂ ਬਣਨ ਲੱਗੀ ਤੂੰ। ਮਨਜੀਤ ਮੁੰਡਾ ਤਾਂ ਬਥੇਰਾ ਚੰਗਾ ਮਾਂ ਜੀ, ਤੇਰੇ ਹੀ ਲਾਇਕ ਨਹੀਂ ਮੈਂ। ਨਿਹਾਲ ਕੌਰ ਚੱਲ ਐਵੇਂ ਸਹੀ, ਮੈਂ ਹੀ ਕਹਿੰਦੀ ਸੀ ਮੁੰਡੇ ਨੂੰ ਵਿਆਹ ਕਰਾਉਣ ਨੂੰ ਦੂਜਾ, ਮੇਰਾ ਕੀ ਵਗਨਾ ਛਿੜਨ ਦੇਵੇਂਗੀ ਤੂੰ। ਮਨਜੀਤ ਗੱਲ ਤਾਂ ਹਾਈ ਏ, ਐਸੇ ਗੱਲੋਂ ਤਾਂ ਮੇਰੀ ਸਬਜ਼ੀ ਵਿੱਚ ਨੁਕਸ ਫੜੀਂਦੇ ਨੇ। ਚਲੋ ਮਾਂ ਜੀ ਵਿਆਹ ਦੇਣਾ ਤੁਸੀਂ ਮੁੰਡੇ ਨੂੰ ਦੂਜੇ ਥਾਂ, ਐਵੇਂ ਰੋਜ਼ ਦਾ ਕਲੇਸ਼ ਕਾਹਨੂੰ ਕਰਦੇ ਹੋ। ਮੈਂ ਵੀ ਸਭਾ ਦਾ ਕੰਮ ਕਰਨ ਨੂੰ ਵਿਹਲੀ ਹੋ ਜਾਊਂਗੀ, ਮਤਲਬ ਮੈਂ ਵੀ ਫਰੀ ਹੋ ਜਾਊਂਗੀ। ਨਿਹਾਲ ਕੌਰ ਵਿਹਲੀ ਤਾਂ ਤੂੰ ਹੋਣਾ ਚਾਹੁੰਦੀ ਹੈ ਗੁਆਂਢਣ ਵਾਂਗੂ, ਉਹਦਾ ਤਾਂ ਲੁਕਿਆ ਫਿਰਦਾ ਹੈ ਦਰ ਬਦਰ ਧੱਕੇ ਖਾਂਦਾ। ਅਖੇ ਜੀ ਅਸੀਂ ਲੋਕਾਂ ਦੀ ਸੇਵਾ ਕਰਦੇ ਹਾਂ ਤੇ ਸਾਨੂੰ ਸਰਕਾਰ ਕਰਨ ਨਹੀਂ ਦਿੰਦੀ। ਮਨਜੀਤ ਆਹੋ ਉਸ ਵਿਚਾਰੇ ਨੇ ਕੀ ਵਿਗਾੜਿਆ ਕਿਸੇ ਦਾ, ਲੋਕਾਂ ਦੇ ਭਲੇ ਦੀ ਗੱਲ ਹੀ ਕਰਦਾ ਸੀ ਕੋਈ। ਨਿਹਾਲ ਕੌਰ ਐਸੇ ਗੱਲੋਂ ਤਾਂ ਮੈਂ ਡਰਦੀ ਹਾਂ, ਮੇਰੇ ਮੁੰਡੇ ਨੂੰ ਵੀ ਤੂੰ ਕਿਤੇ ਆਪਣੇ ਅਰਗਾ ਨਾ ਬਣਾ ਲਈ, ਹੋਰ ਉਹਦੀ ਨੌਕਰੀ ਤੁੜਾਉਂਦੀ ਹੋਵੇਂ। ਮਨਜੀਤ ਤਾਂ ਹੀ ਤੁਸੀਂ ਦੂਜੀ ਨਹੁੰ ਲਿਆਉਣ ਨੂੰ ਤਾਂਘਦੇ ਹੋ, ਕਿਸੇ ਥਾਣੇਦਾਰ ਦੀ ਧੀ ਲਿਆਇਓ ਮਾਂ ਜੀ ਜਿਹੜੀ ਨੌਕਰੀ ਨਾ ਟੁੱਟਣ ਦੇਵੇ। ਨਿਹਾਲ ਕੌਰ ਥਾਣੇਦਾਰ ਦੀਆਂ ਧੀਆਂ ਦਾ ਘਾਟਾ ਨਹੀਂ ਮੇਰੇ ਮੁੰਡੇ ਨੂੰ। ਮਨਜੀਤ ਮੈਂ ਹੀ ਆਪਣੇ ਪਿਤਾ ਜੀ ਨੂੰ ਕਹਾ ਭੇਜਦੀ ਹਾਂ ਥਾਣੇਦਾਰੀ ਵਿੱਚ ਦਰਖਾਸਤ ਦੇ ਦੇਣ, ਤੁਸੀਂ ਉਹਨਾਂ ਨੂੰ ਥਾਣੇਦਾਰ ਬਣਾ ਦਿਓ। ਨਿਹਾਲ ਕੌਰ ਮਖੌਲ ਕਰਨ ਬਥੇਰੇ ਜਾਣਦੀ ਹੈ। ਮਨਜੀਤ ਧੁੱਪ ਆ ਗਈ ਹੈ ਮਾਂ ਜੀ, ਤੁਹਾਡੇ ਚਰਖੇ ਨੂੰ ਲਿਆਓ, ਮੈਂ ਤੁਹਾਡਾ ਚਰਖਾ ਛਾਵੇਂ ਕਰ ਦਿਆਂ। ਚਰਖਾ ਚੁੱਕ ਕੇ ਛਾਵੇਂ ਕਰਦੀ ਹੈ। ਨਿਹਾਲ ਕੌਰ ਪੀੜੀ ਚੁੱਕ ਕੇ ਨਵੇਂ ਥਾਂ ਜਾ ਬੈਠਦੀ ਹੈ। ਮਨਜੀਤ ਗਲੋਟਿਆਂ ਪੂਣੀਆਂ ਦਾ ਬੋਇਆ ਚੁੱਕ ਕੇ ਨਿਹਾਲ ਕੌਰ ਕੋਲ ਲਿਆ ਰੱਖਦੀ ਹੈ ਤੇ ਫਿਰ ਅੰਦਰ ਨੂੰ ਚਲੀ ਜਾਂਦੀ ਹੈ। ਨਿਹਾਲ ਕੌਰ ਆ ਕੀ ਭਾਂਬੜ ਬਾਲ ਗਈ ਹੈ, ਮੱਠੀ ਕਰ ਆ ਕੇ ਅੱਗ, मतलब उसको थोड़ी धीमी कर दो तो आख जाऊगी सारी सब्जी नहीं था। मनजीत अंदरों ही आई माँ जी आटा छान लिया। निहाल कौर बाहर आके छान लैंदी आटा, छाननी चकनी भारी होई है तैन इनू उठदी है आप ही अग मट्ठी कर दियाँ। मनजीत थाली विच आटा बाहर लिया के निहाल कौर नू जो हुण मुड़ चरखे उत्ते आ बैठी है दिखाउंदी होई, बथेरा ही माँ जी आटा। निहाल कौर नी इन्ना आटा केड़ी दखण देल देनी है तू। मनजीत हसदी होई कां कुरलांदे माँ जी सवेर दा खबरा कोई प्राहुणा ही आ जावे, मतलब कोई प्राहुणा मतलब गैसट आ जाए। निहाल कौर मेरे पुत्त ने तो अज परसों नूं आउणा, होर किहड़ा ही तेरे प्राहुणा आउण वाला। मनजीत खबरा मेरा वीर ही आ जावे। निहाल कौर तेरे वीर ने की करन आउणा, वीर मतलब भाई। मनजीत मखौल नाल भैन नूं मिलन, नाले भणोईए दी खातरदारी लई 2 दिन पहलों ही हाज़र होना जोग ए। निहाल कौर एडा ताबियादार मतलब इतना आज्ञाकार, भणोईए दा छौणियों जाके ले आवे। मनजीत लुधियाने तां जाई मिल आउंदियां नूं मैं भी चली जावां नाल लुधियाने तुहाडे पुत्त नूं मिलन मूहरियों मतलब आगे मिलने से। निहाल कौर आहो लुधियाने जाके मूहरियों मिलोगे ताही सिखाओगे कुछ, मतलब आने से पहले ही अगर मिलोगे मेरे बेटे को तो तब सिखाओगे, ये कह रही है। मनजीत मखौल नाल, मखौल मतलब मजाक से, घर आया नूं तो तुसीं सिखाउण नहीं देना। निहाल कौर गुआंढण नूं भी लै जावी नाल, गुआंढण मतलब पड़ोसन। मनजीत गुआंढण नाल तुहानूं काहदी जिद हो गई माँ जी, उस विचारी ने तुहाडा की बिगाड़िया। निहाल कौर मेरा की विगाड़ सकती है, विगाड़े अपने घरदियां दा जां विगाड़े तेरे अर्गियां मगर लगण वालियां दा। मनजीत चंगा माँ जी जिवें तुहाडी मर्जी। चौंके विच जाके आटा गुन्नण लग जांदी है। निहाल कौर नी कढ दिंदी कुछ आटा। मनजीत माँ जी एक जने जोगा वाधू ही चंगा हुंदा ही। निहाल कौर आउणा होऊ किसी ने तेरे पेकियां तो दसदी नहीं, तू बड़ी मिन्नी है। मनजीत आहो माँ जी सुखराज ने आउणा। निहाल कौर नी ओ कौन है, तेरे भरा दा नाम तो कुछ होर है। मनजीत माँ जी ये साडी जिले दी सभा दी सकत्तर है।
ਨਿਹਾਲ ਕੌਰ ਇਹ ਕਿੱਥੋਂ ਦੀ ਹੈ? ਗੁਆਂਢਣ ਅਰਗੀ ਤਾਂ नहीं कोई छुट्टड़। मनजीत छुट्टड़ मतलब जिसे इसके पति ने छोड़ दिया हो। मनजीत माँ जी ਗੁਆਂਢਣ ਤੇ ਇੰਨੀ ਕਰੋਪੀ ਕਾਹਦੀ ਆਉਂਦੀ ਹੈ ਤੁਹਾਨੂੰ? ਨਿਹਾਲ ਕੌਰ ਆਵੇ ਨਾ, ਤੇਰੇ ਅਰਗੀਆਂ ਨੂੰ ਵਿਗਾੜਦੀ ਹੈ, ਸਭਾ ਬਣਾਉਂਦੀਆਂ ਨੇ। ਇਹ ਕੀ ਕਰੋਗੀਆਂ ਤੁਸੀਂ ਸਭਾ ਨਾਲ? ਜ਼ਮੀਨਾਂ 'ਚੋਂ ਹਿੱਸੇ ਦਿਵਾਉਣਗੀਆਂ। ਇਹ ਆਪਣੇ ਪਿਓ ਦੀ ਜ਼ਮੀਨ 'ਚੋਂ ਲਿਆ ਤਾਂ ਪਹਿਲਾਂ ਤੂੰ ਹਿੱਸਾ। ਮਨਜੀਤ ਫੇਰ ਤਾਂ ਨਹੀਂ ਆਪਣੇ ਪੁੱਤ ਦਾ ਦੂਜਾ ਵਿਆਹ ਕਰਾਏਂਗੀ ਮਾਂ ਜੀ। ਨਿਹਾਲ ਕੌਰ ਤਾਂ ਇਸ ਗੱਲ ਦੇ ਸਾਰੇ ਪੁਆੜੇ ਨੇ। ਮੇਰੇ ਮੁੰਡੇ ਦਾ ਵਿਆਹ ਰੋਕਣ ਨੂੰ ਇਸਤਰੀ ਸਭਾ ਬਣਾਈ ਹੈ। ਮਨਜੀਤ ਤੇਰੇ ਮੁੰਡੇ ਨੂੰ ਖਾਸ ਇਜਾਜ਼ਤ ਲੈ ਦਿਆਂਗੇ ਮਾਂ ਜੀ ਸਭਾ ਤੋਂ। ਨਿਹਾਲ ਕੌਰ ਤੇਰੀ ਸਭਾ ਦੀ ਇਜਾਜ਼ਤ ਨਾਲ ਹੀ ਵਿਆਹ ਹੋਣੇ ਭਲਾ ਮੇਰੇ ਮੁੰਡੇ ਨੇ। ਮਨਜੀਤ ਆਟਾ ਗੁੰਨ ਕੇ ਗਿੱਲਾ ਪੌਣਾ ਦੇ ਕੇ ਜਾਲੀ ਵਿੱਚ ਰੱਖਦੀ ਹੈ। ਗਿੱਲਾ ਪੌਣਾ मतलब गीला कपड़ा जिससे वो आटे को ढक देती है। फिर निहाल कौर कोल आउंदी है। एक गल होर मंजूरी दिओ माँ जी, आउण वाले प्राहुणे लई कोई मिठी चीज़ बना लवां। निहाल कौर नहीं आउणा किने है तेरे? मेरे मूहों कुछ होर सुणदी है। मनजीत लगदे ने कह दे माँ जी, काहनूं रखदी है दिल विच? निहाल कौर देखिया आपे मेरे मूँह विच गल पाउंदी है, फिर कहूगी गालां कढदी है। नहीं बड़ी खेखणहारी है तूं। मनजीत चंगा माँ जी, तुसी तो किसी लोट भी रास नहीं आना, अंदर नूं चली जाती है। निहाल कौर ये बहू करदी की फिरदी है अपने आप नूं? मैनू तो टिच ही जानदी है। ये समझदी है मुंडा मेरे नाल राजी है तो मैनू किसी दी की परवाह ही। ਇਹਨੂੰ ਇਹ नहीं पता मुंडा दूजा विआह कराउण तो मैं ही रोकिया होया, हुण नहीं मैं रोकना। ਇਹਦੇ ਜਿਹੀ कुथाऊ बुरकी पई है। मनजीत अंदरों ही माँ जी खंड तो मुक गई। खंड मतलब चीनी खत्म हो गई। परसों ਤੁਹਾਡੇ ਪੁੱਤ ਨੇ ਆਉਣਾ ਹੀ, ਬਾਪੂ ਜੀ ਤੋਂ ਹੋਰ ਮੰਗਾ ਲਿਓ। ਨਿਹਾਲ ਕੌਰ ਆਹੋ ਮੁੱਕੂ ਤਾਂ ਹੋਰ ਕੀ ਹੋਊ ਜਦੋਂ ਕੁਣਕੇ ਕਰ ਖਵਾਏਂਗੀ ਸਭਾ ਵਾਲੀਆਂ ਨੂੰ। ਮਨਜੀਤ ਅੰਦਰੋਂ ਹੀ माँ जी कुणके मतलब कड़ा प्रसाद जो हलवा होता है आटे का। मनजीत अंदरों ही माँ जी बड़े वड्डे घर दी है ये साड़ी सकत्तर, एवें ना समझ छड्डी। निहाल कौर होनी है कोई छुट्टड़, वड्डे अफसरां दीयां बहूआं तां इस सभा दीयां मैंबर ही बनणगीआं, होर उन्हां नूं काम है कोई? मनजीत अंदरों थाली विच खंड ते घ्यो लैके बाहर आउंदी है। तुहानूं तां सब कोई छुट्टड़ ही लगदे माँ जी, क्यों विचारियां भले घरां दियां नूं बोल कबोल बोलदे हो? मैनू ही कह लिया करो जो कुछ कहना। निहाल कौर आहो तेरा तां छुट्टड़ होण नूं जी करदा है। मनजीत मेरा तां कोई जी नहीं करदा। तुसी अपने पुੱਤ ਦੇ ਦੂਜੇ ਵਿਆਹ ਦੇ ਡਰਾਬੇ ਦਿੰਦੇ ਰਹਿੰਦੇ ਹੋ, ਪਰ ਮਾਂ ਜੀ ਮੈਂ ਮਗਰੋਂ ਨਹੀਂ ਲੈਣ ਵਾਲੀ। ਐਡੀ ਸੌਖੀ ਤੁਸੀਂ ਕਰੋ ਸਹੀ ਆਪਣੇ ਪੁੱਤ ਦਾ ਦੂਜਾ ਵਿਆਹ। ਮੈਂ ਤੁਹਾਡੇ ਦਾਤੇ ਸ਼ਹੀਦ ਹੋ ਕੇ ਮਰ ਜਾਵਾਂ ਕਿ ਹੋ ਨਾ ਮਰ ਜਾਵਾਂ, ਮਰਨ ਵਰਤ ਧਾਰ ਲਊਂ ਗਾਂਧੀ ਵਾਂਗੂ। ਨਿਹਾਲ ਕੌਰ ਇਹ ਮਰਨ ਦੇ ਡਰਾਬੇ ਤੂੰ ਖੁਸ਼ੀ ਦੇ। ਮਨਜੀਤ ਚੌਂਕੇ ਵੱਲ ਨੂੰ ਜਾਂਦੀ ਹੋਈ ਚੰਗਾ ਬਈ ਫੇਰ ਤਾਂ ਭੁੱਖੇ ਮਰਨਾ ਹੀ ਪੈਣਾ, ਹੁਣ ਤਾਂ ਕੁਣਕੇ ਖਾ ਲਈਏ ਤੇ ਖਵਾ ਲਈਏ ਸਹੇਲੀਆਂ ਨੂੰ। ਨਿਹਾਲ ਕੌਰ ਚੰਗਾ ਕਰ ਲੈ ਮਨ ਦੀਆਂ ਮਰਜ਼ੀਆਂ, ਆ ਲੈਣ ਦੇ ਮੁੰਡੇ ਨੂੰ, ਮੈਂ ਹੀ ਨਰਮ ਟੱਕਰੀਆਂ ਤੈਨੂੰ। ਹੋਰ ਜੱਟੀਆਂ ਵਰਗੀ ਹੋਵਾਂ ਤਾਂ ਖੰਡ ਘਿਓ ਨੂੰ ਜਿੰਦੇ ਲਾ ਦਾਂ। ਜਿੰਦੇ ਮਤਲਬ ਲੋਕ ਤਾਲਾ। ਮਨਜੀਤ ਨਰਮ ਤਾਂ ਮਾਂ ਜੀ ਤੁਸੀਂ ਬੜੇ ਹੋ, ਕੜਾਹ ਨਾਲੋਂ ਵੀ ਕੂਲੇ ਹੋ। ਨਿਹਾਲ ਕੌਰ ਚਬਰ ਨਾ ਕਰੀ ਜਾ, ਐਵੇਂ ਮਖੌਲ ਹੀ ਜਾਣ ਲਿਆ ਇਹਨੇ ਮੈਨੂੰ। ਆਉਣ ਦੇ ਤੇਰੀ ਸਕੱਤਰ ਨੂੰ ਖਾਊਂ ਉਹਨੂੰ ਕੜਾ, ਗੁੱਤੋਂ ਫੜ ਕੇ ਬਾਹਰ ਨਾ ਕੱਢ ਦੇਵਾਂ ਦੋਵਾਂ ਨੂੰ। ਬਾਹਰ ਤਾਂਗੇ ਦਾ ਖੜਾਕ ਸੁਣਾਈ ਦਿੰਦਾ ਹੈ। ਮਨਜੀਤ ਉਬਲਦੀ ਚਾਸ ਨੂੰ ਥੱਲੇ ਲਾ ਕੇ ਨੱਸੀ ਜਾਂਦੀ ਹੈ मतलब भाग के जाती है। ਸਕੱਤਰ ਆ ਗਈ ਮਾਂ ਜੀ ਸਟੇਜ ਦੇ ਪਿੱਛੇ ਚਲੀ ਜਾਂਦੀ ਹੈ। ਨਿਹਾਲ ਕੋ ਨੀ ਕਿੱਧਰ ਨੱਠ ਚੱਲੀ ਏ? ਦੇਖੋ ਤਾਂ ਸਹੀ ਕਿਵੇਂ ਐ ਦਗੜ ਫਿਰਦੀ ਹੈ ਜਿਵੇਂ ਪੇਕਾ ਘਰ ਹੁੰਦਾ ਆਪਣੇ ਆਪ ਨੂੰ। ਠੀਕ ਹੀ ਕੋਈ ਤਕੜੇ ਘਰ ਦੀ ਹੋਣੀ ਹੈ ਜਿਹੜੀ ਟਾਂਗੇ ਤੇ ਆਈ ਹੈ। ਗੁਆਂਢਣ ਅਰਗੀ ਕੰਗਾਲ ਨੇ ਕੀ ਟਾਂਗਾ ਕਰ ਲੈ ਜਾਣਾ, ਪਰ ਨੌ ਧੀ ਨੂੰ ਐਡਾ ਆਪ ਮੁਹਾਰਾ ਨਹੀਂ ਹੋਣਾ ਚਾਹੀਦਾ। ਇੱਕ ਇਹਦੇ ਸਹੁਰੇ ਨੇ ਵੀ ਇਹ ਮਸਤਾ ਦਿੱਤੀ ਘੁੰਡ ਚਕਾ ਕੇ। ਹੁਣ ਇਹ ਕਿਸੇ ਤੋਂ ਵੀ ਪੱਲਾ ਨਹੀਂ ਕਰਦੀ, ਬੀਹੀ ਵਿੱਚ ਨੰਗੇ ਮੂੰਹ ਉਘਾੜ ਜਾ ਖੜਦੀ ਹੈ। ਸਟੇਜ ਤੋਂ ਪਿੱਛੇ ਸੁਖਦੇਵ ਤੇ ਮਨਜੀਤ ਆਉਂਦੇ ਹਨ, ਇੱਕ ਦੂਜੇ ਦੇ ਹੱਥ ਦੀ ਕੰਘੀ ਪਾਈ। ਨਿਹਾਲ ਕੌਰ ਦੇਖ ਕੇ ਹੱਕੀ ਬੱਕੀ ਰਹਿ ਜਾਂਦੀ ਹੈ। ਸੁਖਦੇਵ ਮਾਂ ਜੀ ਮੱਥਾ ਟੇਕਦਾ। ਨਿਹਾਲ ਕੌਰ ਜੁਗ ਜੀ ਪੁੱਤ ਤੂੰ ਤਾਂ ਪਰਸੋਂ ਆਉਣਾ ਸੀ, ਅੱਜ ਕਿਵੇਂ ਆ ਗਿਆ? ਊਂ ਤਾਂ ਚੰਗਾ ਹੋਇਆ। ਅੱਗੋਂ ਵੱਧ ਕੇ ਸੁਖਦੇਵ ਦਾ ਸਿਰ ਆਪਣੇ ਹਿੱਕ ਨਾਲ ਲਾਉਂਦੀ ਹੈ। ਸੁਖਦੇਵ ਤੈਨੂੰ ਕਿਹਨੇ ਕਿਹਾ ਸੀ ਮਾਂ ਜੀ ਬਈ ਮੈਂ ਪਰਸੋਂ ਆਉਣਾ? ਨਿਹਾਲ ਕੌਰ ਬੇ ਭਾਈ ਮੁੰਡਿਆ ਤੇਰੀ ਬਹੂ ਤਾਂ ਬੜੀ ਚਲਾਕ ਹੈ, ਇਸ ਖੇਖਣਹਾਰੀ ਨੇ ਮੈਨੂੰ ਦੱਸਿਆ ਸੀ ਬਈ 27 ਤਰੀਕ ਨੂੰ ਆਉਣਾ। ਮਨਜੀਤ ਮੁਸਕਰਾਈ ਜਾ ਰਹੀ ਸੀ। ਸੁਖਦੇਵ ਪਰ ਮੈਂ ਤਾਂ ਬਾਪੂ ਜੀ ਨੂੰ ਚਿੱਠੀ ਲਿਖੀ ਸੀ, ਉਹਦੇ ਵਿੱਚ ਵੀ 25 ਤਰੀਕ ਹੀ ਲਿਖੀ ਸੀ। ਮਨਜੀਤ
ਸੁਖਦੇਵ ਜੀ, ਬਾਪੂ ਜੀ ਨੇ ਮੈਨੂੰ ਹੀ ਦੱਸਿਆ ਤਾਂ 25 ਤਰੀਕ ਹੀ ਸੀ। 2 ਕੁ ਦਿਨਾਂ ਬਾਅਦ ਇਹ 27 ਕਹਿਣ ਲੱਗ ਪਏ ਤਾਂ ਮੈਂ ਸਮਝਿਆ ਹੁਣ ਇਹਨਾਂ ਨੂੰ ਐਸ ਭੁਲੇਖੇ ਵਿੱਚ ਹੀ ਰਹਿਣ ਦਈਏ। ਕਿਉਂ ਚੰਗਾ ਨਹੀਂ ਹੋਇਆ ਮਾਂ ਜੀ 2 ਦਿਨ ਪਹਿਲੋਂ ਆ ਗਏ। ਸੁਖਦੇਵ ਜੀ, ਨਿਹਾਲ ਕੌਰ, ਚੰਗਾ ਤਾਂ ਹੋਇਆ, ਪਰ ਤੂੰ ਮੁੰਡੇ ਦਾ ਨਾਂ ਕਦੋਂ ਦੀ ਲੈਣ ਲੱਗ ਪਈ? मतलब कि बेटे का मेरे का नाम क्यों ले रही हो? ਮਨਜੀਤ, ਇਹਨਾਂ ਨੇ ਆਪ ਹੀ ਲਾਇਆ ਮਾਂ ਜੀ। ਪਿਛਲੀ ਵਾਰੀ ਜਦੋਂ ਛਾਉਣੀ ਯਾਨੀ ਕਿ ਛਾਵਣੀ ਰਹੀ ਤਾਂ ਇਹਨਾਂ ਨੇ ਨਾਂ ਲੈਣ ਲਾ ਲਿਆ। ਹੁਣ ਮਾਂ ਜੀ ਤੁਹਾਡੇ ਸਾਹਮਣੇ ਲੈਣਾ ਤਾਂ ਨਹੀਂ ਸੀ, ਪਰ ਮੂੰਹ ਤੇ ਚੜਿਆ ਹੋਇਆ ਕਿੱਥੇ ਲੈਂਦਾ? ਨਿਹਾਲ ਕੌਰ, ਕਿਉਂ ਵੇ ਮੁੰਡਿਆ, ਕੀ ਕਹਿੰਦੀ ਹੈ? ਸੁਖਦੇਵ, ਨਾਂ ਲੈਣ ਵਿੱਚ ਕੀ ਔਗਣ ਹੈ ਮਾਂ ਜੀ? ਆਪਣੇ ਪਿੰਡ ਦੀ ਰੱਜੀ ਮਿੱਤੇ ਦਾ ਨਾਂ ਲੈਂਦੀ ਹੈ ਤੇ ਰੂੜੀ ਤਾਂ ਰਤਨੇ ਨੂੰ ਕਹਿੰਦੀ ਬੋਲ ਆਈ। ਨਿਹਾਲ ਕੌਰ, ਚੰਗੇ ਲੱਭ ਲਏ ਨੇ ਗਵਾਹ ਨਜ਼ੀਰ ਦੇਣ ਨੂੰ। ਸੁਖਦੇਵ, ਮਾਂ ਜੀ ਆਦਮੀ ਨੂੰ ਘਰ ਦੀ ਤੀਵੀਂ ਸਰਦਾਰ ਜੀ ਕਹਿੰਦੀ ਬੁਰੀ ਲੱਗਦੀ ਹੈ। ਸਾਨੂੰ ਤਾਂ ਦੁਨੀਆ ਦੇ ਕਹਿਣ ਦੇ ਤਾਂ ਕੁਝ ਅਰਥ ਹੋਏ। ਜੇ ਇਹ ਮੈਨੂੰ ਸਰਦਾਰ ਜੀ ਕਹੇ ਤਾਂ ਮੈਂ ਇਹਨੂੰ ਸਰਦਾਰਨੀ ਹੀ ਜੀ ਕਿਹਾ ਕਰਾਂ। ਮੇਰਾ ਮਿੱਤਰ ਸੋਹਣ ਸਿੰਘ ਆਪਣੀ ਵਹੁਟੀ ਨੂੰ ਸਰਦਾਰਨੀ ਕਹਿੰਦਾ, ਸਾਨੂੰ ਤਾਂ ਹਾਸਾ ਆਉਂਦਾ। ਮਨਜੀਤ, ਚੰਗਾ ਮਾਂ ਜੀ, ਤੁਸੀਂ ਇਸ ਝਗੜੇ ਨੂੰ ਨਿਪਟਾਓ, ਮੈਂ ਕੜਾਹ ਬਣਾਉਣ ਲਵਾਂ। ਔਲ ਕੇ ਚੌਂਕੇ ਵੱਲ ਨੂੰ ਜਾਂਦੀ ਹੈ। ਨਿਹਾਲ ਕੌਰ, ਚੰਗਾ ਭਾਈ, ਤੁਹਾਡੇ ਨਵੇਂ ਪੋਚ ਦੇ ਨਵੇਂ ਰਾਹ। ਮੈਂ ਵੀ ਹੁਣ ਤੇਰੇ ਬਾਪੂ ਜੀ ਦਾ ਨਾਂ ਹੀ ਲਿਆ ਕਰੂੰ। ਮਨਜੀਤ ਚੌਕੇ ਵਿੱਚ, ਮਾਂ ਜੀ ਦੇਖਿਓ ਕਿਤੇ ਬਾਪੂ ਜੀ ਨੂੰ ਗੁੱਸੇ ਨਾ ਕਰ ਲਿਓ ਹੋਰ ਕਿਤੇ। ਨਿਹਾਲ ਕੌਰ, ਹੋਰ ਕਿਤੇ ਕੀ, ਵਿਆਹ ਕਰਾ ਲਓ ਦੂਜਾ ਉਹ। ਮਨਜੀਤ, ਸਾਨੂੰ ਕੀ ਪਤਾ ਮਾਂ ਜੀ, ਦੂਜੇ ਵਿਆਹ ਦਾ ਰਿਵਾਜ ਤਾਂ ਤੁਹਾਡੇ ਪਿੰਡ ਹੀ ਹੋਣਾ, ਸਾਡੇ ਪਿੰਡ ਤਾਂ ਕੋਈ ਦੂਜੇ ਵਿਆਹ ਦਾ ਨਾਂ ਨਹੀਂ ਲੈਂਦਾ। ਨਿਹਾਲ ਕੌਰ, ਤੁਹਾਡੇ ਪਿੰਡ ਨਾਉ ਵੀ ਲੈਂਦੀਆਂ ਹੋਣਗੀਆਂ ਤੀਵੀਆਂ ਆਪਣੇ ਆਦਮੀਆਂ ਦਾ। ਮਨਜੀਤ, ਤੁਹਾਡੇ ਪਿੰਡ ਨਹੀਂ ਲੈਂਦੀਆਂ, ਹੁਣੇ ਤਾਂ ਗਿਣਾਈਆਂ ਨੇ ਸੁਖਦੇਵ ਜੀ ਨੇ। ਨਿਹਾਲ ਕੌਰ, ਤੱਪ ਕੇ ਬਸ ਨਹੀਂ ਬਹੂ, ਮੂੰਹ ਸੰਭਾਲ ਕੇ ਬੋਲ, ਮੈਂ ਨਹੀਂ ਇਸ ਘਰ ਵਿੱਚ ਤੈਨੂੰ ਨਾਂ ਲੈਣ ਦੇਣਾ ਆਪਣੇ ਪੁੱਤ ਦਾ। ਸੁਖਦੇਵ, ਮਾਂ ਜੀ ਸਰਦਾਰ ਜੀ ਮੈਂ ਵੀ ਨਹੀਂ ਕਹਾਉਣਾ। ਮਨਜੀਤ, ਚੰਗਾ ਫਿਰ ਮੈਂ ਮਾਂ ਜੀ ਦੇ ਪੁੱਤ ਜੀ ਕਹਿ ਦਿਆ ਕਰੂੰ। ਨਿਹਾਲ ਕੌਰ, ਦੇਖ ਲੈ ਹੈ ਵੜਦੀ ਜਵਾਨ ਮੂੰਹ 'ਚ। ਸੁਖਦੇਵ, ਪਰ ਮਾਂ ਜੀ ਹੋਰ ਕਹੇ ਵੀ ਕੀ, ਜੇ ਕੋਈ ਮੁੰਡਾ ਕੁੜੀ ਹੋਵੇ ਤਾਂ ਉਹਨਾਂ ਦਾ ਪਿਓ ਕਹਿ ਕੇ ਹੀ ਬੁਲਾ ਲਿਆ ਕਰੇ। ਹੁਣ ਤਾਂ ਤੇਰਾ ਪੁੱਤ ਕਹਿ ਕੇ ਹੀ ਬੁਲਾਉਣਾ ਪਊ। ਨਿਹਾਲ ਕੌਰ ਗੁੱਸੇ ਨਾਲ, ਮੁੰਡਾ ਕੁੜੀ ਹੋ ਚੁੱਕੇ ਇਹਦੇ 2.5 ਸਾਲ ਹੋਏ ਵਿਆਹ ਨੂੰ ਤੇ ਮੁੰਡਾ ਕੁੜੀ ਹੁੰਦੇ ਨੇ। ਮਨਜੀਤ, ਇਸ ਕਰਕੇ ਤਾਂ ਮਾਂ ਜੀ ਨੇ ਤੁਹਾਡੇ ਦੂਜੇ ਵਿਆਹ ਦਾ ਪ੍ਰਬੰਧ ਕਰ ਛੱਡਿਆ ਹੋਇਆ। ਨਿਹਾਲ ਕੌਰ, ਪ੍ਰਬੰਧ ਕੀਤਾ ਤਾਂ ਨਹੀਂ, ਪਰ ਕਰਨਾ ਪਊ ਇਹਨਾਂ ਲੱਛਣਾਂ ਤੋਂ। ਸੁਖਦੇਵ, ਹਾਂ ਬੜੀ ਖੁਸ਼ੀ ਨਾਲ ਕਰੋ ਪ੍ਰਬੰਧ ਮਾਂ ਜੀ ਮੇਰੇ ਦੂਜੇ ਵਿਆਹ ਦਾ। ਮਨਜੀਤ, ਮੇਰੇ ਕੋਲ ਛਾਉਣੀ ਰਹਿਆ ਕਰੂ ਤੇ ਤੁਹਾਡੀ ਦੂਜੀ ਨੂੰ ਤੁਹਾਡੀ ਸੇਵਾ ਕਰਿਆ ਕਰੂ। ਨਿਹਾਲ ਕੌਰ, ਕਿਉਂ ਮੇਰੀ ਸੇਵਾ ਕਿਉਂ ਕਰਿਆ ਕਰੂ, ਉਹ ਸੁੱਖੀ ਸਾਂਦੀ। ਮਨਜੀਤ, ਨਹੀਂ ਜੀ, ਮਾਂ ਜੀ ਦੀ ਸੇਵਾ ਕਰਨ ਨੂੰ ਮੈਂ ਰਹੂੰ ਇੱਥੇ। ਮਾਂ ਜੀ ਨੂੰ ਮੇਰੀ ਸੇਵਾ ਬਹੁਤ ਪਸੰਦ ਆਈ ਲੱਗਦੀ ਹੈ। ਨਿਹਾਲ ਕੌਰ ਸੁਖਦੇਵ ਵੱਲ, ਵੇ ਆ ਪੁੱਤਾ, ਮੂੰਹ ਹੱਥ ਧੋ ਕੇ ਕੱਪੜੇ ਬਦਲ, ਥੱਕਿਆ ਹੋਵੇਗਾ। ਇਹਨੇ ਕਿਹਾ, ਵਿਆਹ ਵਿੱਚ ਵੀ ਦਾ ਲੇਖਾ ਪਾ ਦਿੱਤਾ। ਮਨਜੀਤ, ਨਹੀਂ ਮਾਂ ਜੀ, ਕੜਾਹ ਵਿੱਚ ਵਿਆਹ ਦਾ ਲੇਖਾ, ਕੜਾਹ ਤਾਂ ਤਿਆਰ ਹੋ ਗਿਆ, ਵਿਆਹ ਦੀ ਦੇਖੋ। ਸੁਖਦੇਵ, ਆਓ ਮਾਂ ਜੀ ਕੋਈ ਹੋਰ ਗੱਲ ਕਰੀਏ। ਸੁਖਦੇਵ ਤੇ ਨਿਹਾਲ ਕੌਰ ਸਟੇਜ ਦੇ ਪਿੱਛੇ ਜਾਂਦੇ ਹਨ। ਮਨਜੀਤ ਉੱਚੀ, ਮੈਂ ਕਿਹਾ ਜੀ ਸੁਖਦੇਵ ਜੀ ਕਹਾਂ ਤਾਂ ਮਾਂ ਜੀ ਗੁੱਸੇ ਹੁੰਦੇ ਨੇ, ਸਰਦਾਰ ਜੀ ਕਹਾਂ ਤਾਂ ਤੁਸੀਂ ਨਹੀਂ ਮੰਨਦੇ, ਮੈਂ ਹੁਣ ਕਹਾਂ ਕੀ? ਸੁਖਦੇਵ, ਕਿਉਂ ਕੀ ਗੱਲ ਹੈ ਮਨਜੀਤ ਜੀ? ਮਨਜੀਤ, ਪਾਣੀ ਗਰਮ ਹੈ, ਗੁਸਲਖਾਨੇ ਵਿੱਚ ਰੱਖਾਂ ਕਿ ਬਾਹਰ ਹੀ ਪਟੜਾ ਰੱਖ ਦਿਆਂ? ਸੁਖਦੇਵ ਅੰਦਰੋਂ ਬਾਹਰ ਆਉਂਦਾ ਹੋਇਆ, ਗੁਸਲਖਾਨੇ ਵਿੱਚ ਰੱਖੋ। ਮਨਜੀਤ, ਜਾਓ ਤੁਸੀਂ ਚੌਕੇ ਵਿੱਚ 1 ਮਿੰਟ ਖੜੇ ਹੋਵੋ, ਮੈਂ ਪਾਣੀ ਰੱਖ ਆਵਾਂ। ਮਨਜੀਤ ਪਾਣੀ ਦੀ ਬਾਲਟੀ ਚੁੱਕ ਕੇ ਸਟੇਜ ਪਿੱਛੇ ਜਾਂਦੀ ਹੈ। ਸੁਖਦੇਵ, ਮਾਂ ਜੀ ਅੱਜ ਰਸੋਈ ਵਿੱਚੋਂ ਬੜੀਆਂ ਖੁਸ਼ਬੂਆਂ ਆਉਂਦੀਆਂ ਨੇ। ਨਿਹਾਲ ਕੌਰ ਬਾਹਰ ਆਉਂਦੀ ਹੋਈ, ਕਿਉਂ ਨਾ ਆਉਣ ਖੁਸ਼ਬੂਆਂ ਪੁੱਤ, ਸਾਨੂੰ ਤਾਂ ਚੰਦ ਚੜ੍ਹ ਗਿਆ ਤੇਰੇ ਆਏ ਤੇ। ਸੁਖਦੇਵ, ਦਿਨੇ ਹੀ ਚੰਦ ਚੜ੍ਹ ਗਿਆ ਮਾਂ ਜੀ। ਨਿਹਾਲ ਕੌਰ, ਆਹੋ ਦਿਨੇ ਹੀ, ਤੁਹਾਡੇ ਨਹੀਂ ਬਾਰੇ ਆ ਹੁੰਦਾ ਗੱਲਾਂ ਵਿੱਚ ਤੀਵੀਂ ਖਸਮ ਦੇ। ਸੁਖਦੇਵ, ਤੇ ਜੇ 2 ਤੀਵੀਆਂ ਹੋ ਗਈਆਂ ਫੇਰ? ਮਨਜੀਤ ਬਾਹਰ ਆਉਂਦੀ, ਚਲੋ ਜੀ ਤੁਸੀਂ ਨਹਾ ਲਓ, ਜਲਦੀ ਜਲਦੀ ਰੋਟੀ ਤਿਆਰ ਹੈ। ਨਿਹਾਲ ਕੌਰ ਨੂੰ, ਕਿਉਂ ਮਾਂ ਜੀ ਆਟਾ ਬਹੁਤਾ ਤਾਂ ਨਹੀਂ ਠੀਕ ਕੁਰਲਾਉਂਦਾ ਸੀ ਕਾਉਂ ਕਿ ਨਹੀਂ? ਹੁਣ ਤੁਸੀਂ ਚਰਖਾ ਚੁੱਕਦੇ ਹੋ ਤੇ ਰਸੋਈ ਵੱਲ ਜਰਾ ਧਿਆਨ ਦਿਓ, ਮੈਂ ਤੁਹਾਡੇ ਪੁੱਤ ਦਾ ਗੁਸਲ ਕਰ ਦੇਵਾਂ। ਸੁਖਦੇਵ, ਮਨਜੀਤ ਜੀ ਕਰੋ ਕੰਮ ਤੁਸੀਂ, ਮੈਂ ਕਰ ਲਊਂ ਗੁਸਲ ਆਪੇ। ਬਾਪੂ ਜੀ ਖੇਤੋਂ ਕਦੋਂ ਕੁ ਆਉਣਗੇ? ਮਨਜੀਤ, ਆਉਣ ਵਾਲੇ ਨੇ, ਉਹਨਾਂ ਨੂੰ ਤਾਂ ਤੁਹਾਡੇ ਆਉਣ ਦੀ ਉਡੀਕ ਅੱਜ ਹੈਗੀ। ਸੁਖਦੇਵ, ਚੰਗਾ ਮੈਂ ਨਹਾ ਕੇ ਆਪ ਹੀ ਜਾ ਮਿਲੂੰ ਖੇਤ ਵਿੱਚ, ਤੇ ਜੇ ਉਹ ਨਾ ਆਏ ਰੋਟੀ ਵੀ ਮੈਂ ਹੀ ਲੈ ਜਾਊਂ। ਉਹਨਾਂ ਦੀ ਸਟੇਜ ਪਿੱਛੋਂ ਗੁਸਲਖਾਨੇ ਵਿੱਚ ਚਲਾ ਜਾਂਦਾ ਹੈ। ਨਿਹਾਲ ਕੌਰ, ਆਹੋ ਹੁਣ ਨੱਠ ਜਾਈਂ ਖੇਤ ਨੂੰ, ਸਾਡੇ ਕੋਲ ਨਾ ਬੈਠੀ ਭੋਰਾ ਚਿਰ ਮਤਲਬ ਥੋੜਾ ਟਾਈਮ। ਮਨਜੀਤ, ਕੋਈ ਨਹੀਂ ਮਾਂ ਜੀ, ਬਾਪੂ ਜੀ ਤਾਂ ਆਉਣ ਵਾਲੇ ਨੇ, ਉਹਨਾਂ ਦੀ ਰੋਟੀ ਦਾ ਕੀ ਵੀ ਵੇਲਾ ਹੋਇਆ ਖਬਰਾਂ ਹੱਟੀ ਤੇ ਹੱਟੀ ਮਤਲਬ ਦੁਕਾਨ ਤੇ ਅਟਕ ਗਏ ਹੁਣ, ਕਿਸੇ ਨਾਲ ਗੱਲੀਂ
ਪੈ ਗਏ ਹੋਣ। ਨਿਹਾਲ ਕੌਰ ਅੱਜ ਡਾਕੀਏ ਨੇ ਵੀ ਆਉਣਾ, ਬੀਬੀ ਦੀ ਚਿੱਠੀ ਨਹੀਂ ਆਈ, ਕਿੰਨੇ ਚਿਰ ਦੀ ਸੁੱਖ ਹੋਵੇ। ਨਿਹਾਲ ਕੌਰ ਆਹੋ ਸੌਖੀ ਹੁੰਦੀ ਏ, ਤੈਨੂੰ ਕੋਈ ਤੈਅ ਮੇਰੀ ਧੀ ਦਾ ਬਈ ਉਹਦੀ ਚਿੱਠੀ ਉਡੀਕੇ। ਮਨਜੀਤ ਤੈਅ ਤੋਂ ਬਿਨਾਂ ਹੀ ਮਾਂ ਜੀ 2 ਚਿੱਠੀਆਂ ਪਾ ਚੁੱਕੀ ਹਾਂ। ਆਪਣੀ ਧੀ ਨੂੰ ਨੱਤਾ ਪੁੱਛਿਆ ਕਰੋ ਕਿੰਨਾ ਪਿਆਰ ਕਰਦੀ ਆ ਉਹਨੂੰ। ਨਿਹਾਲ ਕੌਰ ਨਹੀਂ ਉਹੀ ਤੈਨੂੰ ਪਿਆਰ ਕਰਦੀ ਨਹੀਂ ਰੱਜਦੀ, ਤੂੰ ਕਿੱਥੇ ਪਿਆਰ ਕਰਨ ਵਾਲੀ ਖੁੱਡਰੀ। ਮਨਜੀਤ ਚੰਗਾ ਮਾਂ ਜੀ, ਨਾ ਮੰਨੋ ਤੜਕੜੇ ਦਾ ਸੱਤੀ ਵੀ ਹੀ। ਜਰਾ ਕੁ ਅਟਕ ਕੇ ਮੇਰਾ ਖਿਆਲ ਹੈ ਮੈਂ ਚਟਣੀ ਵੀ ਰਗੜ ਲਵਾਂ ਪੁਦੀਨੇ ਦੀ। ਨਿਹਾਲ ਕੌਰ ਨਹੀਂ ਤੂੰ ਫੁਲਕੇ ਲਾ ਲੈ, ਮੈਂ ਚਟਣੀ ਰਗੜਦੀ ਹਾਂ। ਪੁਦੀਨਾ ਤੋੜ ਲਿਆਵਾਂ ਹਵੇਲੀ ਚੋਂ। ਨਿਹਾਲ ਕੌਰ ਸਟੇਜ ਪਿੱਛੇ ਚਲੀ ਜਾਂਦੀ ਹੈ ਅਤੇ ਮਨਜੀਤ ਫੁਲਕੇ ਲਾਉਣ ਲੱਗ ਜਾਂਦੀ ਹੈ। ਫੁਲਕੇ ਯਾਨੀ ਰੋਟੀ। ਮਨਜੀਤ ਸੁਖਦੇਵ ਜੀ ਕਰ ਚੁੱਕੇ ਇਸ਼ਨਾਨ, ਕੋਈ ਚੀਜ਼ ਤਾਂ ਨਹੀਂ ਚਾਹੀਦੀ। ਸੁਖਦੇਵ ਨਹਾ ਕੇ ਸਟੇਜ 'ਤੇ ਆਉਂਦਾ ਹੈ। ਚਾਹੀਦਾ ਤਾਂ ਬਹੁਤ ਕੁਝ ਹੈ, ਪਰ ਦੁਨੀਆ 'ਚ ਇੰਨਾ ਕੁਝ ਮਿਲਦਾ ਉਹਦੇ ਨਾਲ ਹੀ ਗੁਜ਼ਾਰਾ ਕਰਨਾ ਪੈਂਦਾ ਹੀ। ਮਨਜੀਤ ਦੂਜੇ ਵਿਆਹ ਦੀ ਘਾਟ ਹੈ ਤਾਂ ਉਹ ਤਾਂ ਮਾਂ ਜੀ ਕਰਵਾ ਦੇਣ ਨੂੰ ਤਿਆਰ ਨੇ। ਸੁਖਦੇਵ ਮੁਸਕਰਾ ਕੇ ਮਾਂ ਜੀ ਵਿਚਾਰੀ ਦਾ ਕੀ ਇਹਦੇ ਵਿੱਚ ਕਸੂਰ ਹੈ। ਮਨਜੀਤ ਜੀ ਸਾਰੀ ਉਮਰ ਬਾਪੂ ਜੀ ਵੱਲੋਂ ਵਿਚਾਰੀ ਨੂੰ ਦੂਜਾ ਵਿਆਹ ਕਰਵਾਉਣ ਲੈਣ ਦੀਆਂ ਧਮਕੀਆਂ ਮਿਲਦੀਆਂ ਰਹੀਆਂ, ਸੋ ਇਹਦੇ ਭਾਣੇ ਇਸਤਰੀ ਉਸ 'ਤੇ ਕਾਬੂ ਰੱਖਣ ਲਈ ਦੂਜੇ ਵਿਆਹ ਦੀ ਧਮਕੀ ਵੀ ਉਨੀ ਹੀ ਜ਼ਰੂਰੀ ਹੈ ਜਿਤਨੀ ਟਾਂਗੇ ਅਤੇ ਘੋੜੇ ਲਈ ਛਾਂਟ। ਮਨਜੀਤ ਤੇ ਕਦੇ ਕਦੇ ਛਾਂਟ ਵੱਜ ਵੀ ਜਾਂਦੀ ਹੈ ਕਿਸੇ ਹਮਾਤੜ ਦੇ। ਸੁਖਦੇਵ ਪਰ ਅਸਾਂ ਤਾਂ ਇਹ ਛਾਂਟ ਸੁੱਟ ਹੀ ਛੱਡੀ ਹੋਈ ਏ। ਮਨਜੀਤ ਤੁਹਾਡੀ ਸੁੱਟੀ ਮਾਂ ਜੀ ਨੇ ਚੁੱਕ ਲਈ ਜਾਪਦੀ ਹੈ, ਪਰ ਬਾਪੂ ਜੀ ਐਡੇ ਸਖਤ ਹੁੰਦੇ ਹਨ ਦੂਜੇ ਵਿਆਹ ਦਾ ਡਰਾਵਾ ਦੇਣ ਵਾਲੇ। ਸੁਖਦੇਵ ਜਦੋਂ ਬਾਪੂ ਜੀ ਸਿਪਾਹੀ ਭਰਤੀ ਹੋਏ ਤਾਂ ਉਹਨਾਂ ਦਾ ਵਿਆਹ ਹੋਇਆ ਸੀ। ਸਰਦਾਰ ਬਣਨ ਵੇਲੇ ਤੱਕ ਇੱਕ ਮੁੰਡਾ ਤੇ ਇੱਕ ਕੁੜੀ, ਮੈਂ ਤੇ ਭੈਣ ਜੀ ਹੀ ਪੈਦਾ ਹੋਏ ਤੇ ਬਾਪੂ ਜੀ ਨੇ ਸ਼ਾਇਦ ਫੌਜੀ ਨੁਕਤੇ ਤੋਂ ਇੰਨੀ ਕੁ ਸੰਤਾਨ ਨੂੰ ਕਾਫੀ ਨਾ ਸਮਝਿਆ ਤੇ ਦੂਜਾ ਵਿਆਹ ਕਰਵਾ ਲਿਆ। ਪਰ ਸਾਡੀ ਮਾਂ ਜੀ ਦੀ ਕਿਸਮਤ ਸਮਝੋ ਜਾਂ ਕੁਛ ਹੋਰ, ਸਾਡੀ ਮਤਰੇਈ ਦੇ ਕੋਈ ਸੰਤਾਨ ਨਾ ਹੋਈ ਤੇ ਉਹ 5 ਕੁ ਸਾਲ ਬਾਅਦ ਹੀ ਬਿਮਾਰ ਹੋ ਕੇ ਮਰ ਗਈ। ਮਾਂ ਜੀ ਸ਼ਾਇਦ ਉਸ ਸੁਕਨਤ ਦਾ ਬਦਲਾ ਕਿਸੇ ਤੋਂ ਲੈਣਾ ਚਾਹੁੰਦੇ ਨੇ। ਉਹ 5 ਸਾਲ ਮਾਂ ਜੀ ਦੇ ਬਹੁਤ ਕਲੇਸ਼ ਦੇ ਗੁਜ਼ਰੇ ਸਨ ਤੇ ਸ਼ਾਇਦ ਮਾਂ ਜੀ ਨੂੰ ਪੋਤਾ ਪੋਤੀ ਨਾ ਹੋਣ ਦਾ ਵੀ ਰੋਸ ਹੈ ਤੇਰੇ ਤੇ। ਮਨਜੀਤ ਆਵਾਜ਼ ਦਿੰਦੀ ਹੈ ਮਾਂ ਜੀ ਆ ਜਾਓ, ਬਥੇਰਾ ਹੋ ਗਿਆ ਰੋਣਾ ਹੀ, ਬਥੇਰਾ ਹੋਣਾ ਹੀ ਪੁਦੀਨਾ। ਨਿਹਾਲ ਕੌਰ ਸੇਜ ਤੇ ਆਉਂਦੀ ਕੀ ਚੁਗਲੀਆਂ ਕਰਦੇ ਸੀ ਮੇਰੀਆਂ। ਮਨਜੀਤ ਨਹੀਂ ਮਾਂ ਜੀ ਤੁਹਾਡੀਆਂ ਚੁਗਲੀਆਂ ਨਹੀਂ ਸੀ ਕਰਦੇ, ਦੂਜੇ ਵਿਆਹ ਦੀਆਂ ਸਲਾਹਾਂ ਕਰਦੇ ਸੀ। ਨਿਹਾਲ ਕੌਰ ਗੱਲਾਂ ਆਉਂਦੀਆਂ ਨੇ ਪੁੱਟ ਪੁੱਟ, ਮੁੰਡਾ ਮੇਰਾ ਮੋਮ ਦੀ ਨੱਕ ਹੈ, ਜਿੱਧਰ ਮਰਜ਼ੀ ਢਾਲ ਲੈ। ਸੁਖਦੇਵ ਨਹੀਂ ਮਾਂ ਜੀ ਮੈਂ ਹੀ ਕਹਿੰਦਾ ਸੀ ਕਿ ਮਾਂ ਜੀ ਦਾ ਉਲਾਂਭਾ ਲਾ ਦਈਏ, 5 ਕੁ ਸਾਲ ਲਈ ਦੂਜਾ ਵਿਆਹ ਕਰਵਾ ਹੀ ਲਈਏ। ਨਿਹਾਲ ਕੌਰ ਕੁੰਡੀ ਗੰਢੇ ਵਿੱਚ ਪੁਦੀਨਾ ਤੇ ਕੱਟ ਕੇ ਪਾਉਂਦੀ ਹੋਈ ਮੈਂ ਸਮਝ ਗਈ ਤੇਰੀ ਗੱਲ ਪੁੱਤ। ਸੁਖਦੇਵ ਪਰ ਜੇ 5 ਸਾਲਾਂ ਬਾਅਦ ਉਹ ਨਾ ਮਰੀ ਤਾਂ ਫੇਰ ਕੀ ਕਰਾਂਗੇ। ਨਿਹਾਲ ਕੌਰ ਸਮਝ ਗਈ ਮੈਂ, ਮੈਨੂੰ ਮੂਲੋਂ ਹੀ ਭੋਲੀ ਨਾ ਸਮਝੋ, ਮੇਰੀ ਗੱਲ ਹੀ ਮੇਰੇ ਪੇਸ਼ ਲਿਆਉਣੇ ਹੋ ਤੁਸੀਂ, ਪਰ ਮੈਂ ਤਾਂ ਬੇਗੁਨਾਹ ਸੀ ਤਾਂ ਰੱਬ ਨੇ ਮੇਰੀ ਸੁਣ ਲਈ। ਸੁਖਦੇਵ ਤੇ ਮਨਜੀਤ ਨੇ ਕੀ ਗੁਨਾਹ ਕੀਤੇ ਮਾਂ ਜੀ, ਤੇ ਉਸ ਵਿਚਾਰੀ ਨੇ ਕੀ ਗੁਨਾਹ ਕੀਤੇ ਜਿਹਨੂੰ ਵਿਆਹ ਕੇ ਲਿਆਈਏ ਤੇ 5 ਸਾਲਾਂ ਬਾਅਦ ਮਾਰ ਦਈਏ। ਨਿਹਾਲ ਕੌਰ ਵੇ ਮੈਂ ਮਾਰੀ ਸੀ ਉਹ। ਸੁਖਦੇਵ ਉਹ ਤਾਂ ਨਹੀਂ ਸੀ ਤੂੰ ਮਾਰੀ, ਇਹ ਤਾਂ ਮਾਰਨੀ ਪਊ ਨਾ। ਨਿਹਾਲ ਕੌਰ ਬੱਸ ਕਰ ਵੇ ਮੁੰਡਿਆ, ਐਵੇਂ ਵਾਧੂ ਗੱਲਾਂ ਦੀ ਆਦਤ ਹੈ। ਲਓ ਹੁਣ ਫੁਲਕੇ ਪੱਕ ਗਏ, ਤੁਸੀਂ ਮਾਂ ਪੁੱਤ ਰੋਟੀ ਖਾਓ ਬੈਠ ਕੇ। ਤੁਸੀਂ ਵੀ ਸੁਖਦੇਵ ਹੋਰਾਂ ਕੋਲ ਹੀ ਚੱਲ ਬੈਠੋ, ਦੂਜੀ ਕੁਰਸੀ ਤੇ ਮੈਂ ਸਟੂਲ ਰੱਖਦੀ ਹਾਂ ਤੇ ਤੁਹਾਨੂੰ ਰੋਟੀ ਪਾਉਣੀ ਆ। ਨਿਹਾਲ ਕੌਰ ਮੈਂ ਫੇਰ ਖਾ ਲੂੰ, ਤੂੰ ਮੁੰਡੇ ਨੂੰ ਖਾ ਪਹਿਲੋਂ, ਕੱਲ੍ਹ ਦਾ ਭੁੱਖਾ ਹੋਊ, ਗੱਡੀ ਵਿੱਚ ਕੋਈ ਰੋਟੀ ਦਾ ਹੱਜ ਹੁੰਦਾ। ਸੁਖਦੇਵ ਮਾਂ ਜੀ ਤੁਸੀਂ ਮੇਰੇ ਕੋਲ ਆ ਜਾਓ, ਮਨਜੀਤ ਖਵਾਉਂਦੀ ਹੈ ਰੋਟੀਆਂ ਆਪਾਂ ਦੋਵਾਂ ਨੂੰ। ਨਿਹਾਲ ਕੌਰ ਚੰਗਾ ਭਾਈ ਮੈਂ ਤੇਰੇ ਕੋਲ ਬੈਠ ਜਾਨੀ ਆ, ਪਰ ਰੋਟੀ ਤੇਰੇ ਪਿਓ ਆਏ ਤੋਂ ਖਾਊਂ। ਉੱਠ ਕੇ ਸੁਖਦੇਵ ਕੋਲ ਕੁਰਸੀ ਤੇ ਆ ਬੈਠਦੀ ਹੈ। ਮਨਜੀਤ ਦੋਹਾਂ ਅੱਗੇ ਇੱਕ ਤਿਪਾਈ ਲਿਆ ਰੱਖਦੀ ਹੈ ਤੇ ਥਾਲੀ ਵਿੱਚ ਰੋਟੀ ਪਾ ਲਿਆਉਂਦੀ ਹੈ। ਸੁਖਦੇਵ ਕੜਾਹ ਵੱਲ ਦੇਖ ਕੇ ਇੰਨਾ ਕੜਾਹ ਤਾਂ ਨਹੀਂ ਮੈਂ ਖਾਣਾ। ਮਨਜੀਤ ਜੀ ਅੱਧਾ ਕਰ ਲਿਆਓ। ਨਿਹਾਲ ਕੌਰ ਵੇ ਪੁੱਤ ਇੰਨਾ ਕੜਾਹ ਤਾਂ ਮੈਂ ਖਾ ਲੈਂਦੀ ਹਾਂ, ਤੂੰ ਅੱਧਾ ਕਰਾਉਣਾ ਈ। ਸੁਖਦੇਵ 2 ਵਾਰੀ ਕਰਕੇ ਤਾਂ ਖਾ ਲਊ ਮਾਂ ਜੀ, ਭਰੀ ਹੋਈ ਪਲੇਟ ਤੋਂ ਤਾਂ ਡਰ ਆਉਂਦਾ। ਮਨਜੀਤ ਖਾ ਲਓ ਬਚਦਾ ਮੈਂ ਖਾ ਲਊਂ। ਸੁਖਦੇਵ ਤੇ ਆ ਤੂੰ ਵੀ ਬੈਠ ਜਾ। ਮਨਜੀਤ ਨਹੀਂ ਰਸੋਈ ਵਿੱਚ ਕਾਉਂ ਕੁੱਤੇ ਪੈਣਗੇ, ਮੈਂ ਫੇਰ ਖਾ ਲੂੰ। ਡਾਕੀਆ ਸਟੇਜ ਪਿੱਛੋਂ ਬੇਬੇ ਜੀ ਚਿੱਠੀ ਲੈ ਲਓ। ਮਨਜੀਤ ਡਾਕੀਏ ਵੱਲ ਨੂੰ ਜਾਂਦੀ ਹੋਈ ਲਿਆ ਭਾਈ ਚਿੱਠੀ ਲੈ ਕੇ ਸੁਖਦੇਵ ਪਾਸ ਲਿਆ ਰੱਖਦੀ ਹੈ ਤੇ ਸੁਖਦੇਵ ਨੂੰ ਤੁਸੀਂ ਰੋਟੀ ਖਾ ਲਓ ਫੇਰ ਚਿੱਠੀਆਂ ਖੋਲ੍ਹਣਾ। ਹੋਰ ਫੁਲਕਾ ਲਿਆਵਾਂ। ਸੁਖਦੇਵ ਸਿਰ ਮਾਰ ਕੇ ਨਹੀਂ ਬਸ। ਮਨਜੀਤ ਚਿੱਠੀਆਂ ਵਿੱਚੋਂ ਇੱਕ ਚੁੱਕ ਕੇ ਆਹ ਤਾਂ ਬੀਬੀ ਜੀ ਦੀ ਚਿੱਠੀ ਹੈ, ਪਾੜ ਲੈਂਦੀ ਹੈ ਤੇ ਛੇਤੀ ਛੇਤੀ ਪੜ੍ਹ ਕੇ ਵਾਪਸ ਰੱਖ ਦਿੰਦੀ ਹੈ। ਸੁਖਦੇਵ ਜਦ ਰੋਟੀ ਖਾ ਲੈਂਦਾ ਹੈ ਤਾਂ ਚਿੱਠੀ ਚੁੱਕਦਾ ਹੈ। ਸੁਖਦੇਵ ਮਨਜੀਤ ਨੂੰ ਕਿਉਂ ਕੀ ਲਿਖਿਆ ਭੈਣ ਜੀ ਨੇ। ਮਨਜੀਤ ਉਦਾਸ ਆਵਾਜ਼ ਵਿੱਚ ਪੜ੍ਹ ਲਵੋ। ਨਿਹਾਲ ਕੌਰ ਸੁਣਾ ਪੁੱਤਾ ਪੜ੍ਹ ਕੇ ਮੇਰੀ ਧੀ ਦੀ ਚਿੱਠੀ। ਸੁਖਦੇਵ ਕੀ ਸੁਣਾਵਾਂ ਮਾਂ ਜੀ, ਭੈਣ ਜੀ ਤਾਂ ਬੜੇ ਦੁਖੀ ਨੇ। ਨਿਹਾਲ ਕੌਰ ਇਹ ਤਾਂ ਮੈਨੂੰ ਪਤਾ ਹੀ ਹੈ,
ਪ੍ਰਾਹੁਣਾ ਨਹੀਂ ਸਾਡਾ ਕਿਸੇ ਕੰਮ ਦਾ। ਕੀ ਲਿਖਦੀ ਏ ਬੀਬੀ? ਸੁਖਦੇਵ ਲਿਖਦੀ ਏ ਬਈ ਬਲਵੰਤ ਸਿੰਘ ਹੋਰੀ ਸ਼ਰਾਬ ਪੀਣ ਲੱਗ ਪਏ ਨੇ, ਅੱਧੀ ਰਾਤ ਤੱਕ ਘਰ ਨਹੀਂ ਆਉਂਦੇ। ਭੈਣ ਜੀ ਅੱਗੋਂ ਕੁਝ ਬੋਲਦੇ ਨੇ ਤਾਂ ਮਾਰਨ ਪੈਂਦੇ ਨੇ ਤੇ ਆਖਦੇ ਨੇ ਮੈਂ ਦੂਜਾ ਵਿਆਹ ਕਰਵਾ ਲੈਣਾ। ਨਿਹਾਲ ਕੌਰ ਅੱਖਾਂ ਵਿੱਚ ਹੰਝੂ ਭਰ ਕੇ, ਕਿਉਂ ਦੂਜਾ ਵਿਆਹ ਕਿਉਂ ਕਰਵਾ ਲੈਣਾ ਈ? ਤੇ ਬੀਬੀ ਕਾਹਨੂੰ ਰੋਕਦੀ ਏ ਸ਼ਰਾਬ ਤੋਂ? ਪਿਆ ਹੋਵੇ ਪੀ ਲਵੇ, ਜਿੰਨੀ ਮਰਜ਼ੀ ਪੀ ਹੁੰਦੀ ਹੈ। ਉਹ ਐਵੇਂ ਮੁਕਤ ਦਾ ਆਪਣੀ ਜਾਨ ਨੂੰ ਕਲੇਸ਼ ਪਾਉਂਦੀ ਹੈ। ਸੁਖਦੇਵ ਪਰ ਵਿਆਹ ਤਾਂ ਉਹ ਇਸ ਕਰਕੇ ਕਰਾਉਣਾ ਚਾਹੁੰਦੇ ਨੇ ਭੈਣ ਜੀ ਦੇ, ਮੁੰਡਾ ਕੋਈ ਨਹੀਂ। ਨਿਹਾਲ ਕੌਰ ਹੋ ਜੂ ਮੁੰਡਾ, ਕੋਈ ਧੀ ਕੋਈ ਬੁੜੀ ਹੋ ਗਈ ਹੁਣੇ। 2 ਕੁੜੀਆਂ ਵੀ ਕੋਈ ਬਹੁਤੀਆਂ ਹੁੰਦੀਆਂ ਨੇ, ਦੂਜੀ ਨੂੰ ਵੀ ਜੇ 2 ਕੁੜੀਆਂ ਹੋ ਗਈਆਂ ਫੇਰ ਕੀ ਕਰੂ? ਸੁਖਦੇਵ ਫਿਰ ਤੀਜਾ ਵਿਆਹ ਕਰਾ ਲੂ, ਪਰ ਆਪਾਂ ਨੂੰ ਤਾਂ ਹੁਣ ਦੂਜੇ ਦਾ ਹੀ ਦੁੱਖ ਹੈ ਨਾ। ਨਿਹਾਲ ਕੌਰ ਡੁਸਕ ਕੇ, ਨੀ ਬਹੂ ਮੈਨੂੰ ਮਾਫ਼ ਕਰੀ, ਮੈਂ ਤੇਰੇ ਨਾਲ ਜਿਹੜੀਆਂ ਦੂਜੇ ਵਿਆਹ ਦੀਆਂ ਗੱਲਾਂ ਕੀਤੀਆਂ ਨੇ ਮੈਂ ਭੁੱਲੀ। ਮੈਂ ਤਾਂ ਆਪ ਇਸ ਦੂਜੇ ਵਿਆਹ ਦਾ ਬਥੇਰਾ ਦੁੱਖ ਭੋਗ ਚੁੱਕੀ ਹਾਂ। ਮੇਰੀ ਧੀ ਤੇ ਇਹ ਹੋਣੀ ਕਿਹੜੇ ਪਾਪ ਦਾ ਫਲ ਹੋ ਕੇ ਬੀਤਦੀ ਹੈ। ਜਿਹੜੇ ਬਹੂ ਮੈਂ ਤੈਨੂੰ ਬੋਲ ਕਬੋਲ ਕਹੇ ਤੇ ਉਹਨਾਂ ਬੋਲਾਂ ਦੀ ਮੈਂ ਤੇਤੋਂ ਵਾਹਿਗੁਰੂ ਤੋਂ ਮਾਫ਼ੀ ਮੰਗਦੀ ਹਾਂ। ਮਨਜੀਤ, ਕੋਈ ਨਹੀਂ ਮਾਂ ਜੀ, ਰੋਵੋ ਨਾ, ਹੁਣ ਜ਼ਮਾਨਾ ਬਦਲ ਰਿਹਾ। ਇਸਤਰੀ ਦੀ ਜਾਤ ਹੁਣ ਇੰਨੀ ਬੇਵਸ ਨਹੀਂ। ਬੀਬੀ ਦੇ ਇਸ ਦੁੱਖ ਦਾ ਇਲਾਜ ਸਾਡੀ ਇਸਤਰੀ ਸਭਾ ਕਰ ਲਊਗੀ। ਨਿਹਾਲ ਕੌਰ, ਇਸਤਰੀ ਸਭਾ ਕੀ ਇਲਾਜ ਕਰੂ ਦੱਸ ਨੀ ਬਹੂ ਛੇਤੀ, ਮੇਰੇ ਮਨ ਨੂੰ ਹੌਸਲਾ ਹੋਵੇ। ਸੁਖਦੇਵ, ਇਹ ਇਸਤਰੀ ਸਭਾ ਕੀ ਹੈ ਮਨਜੀਤ ਜੀ? ਮਨਜੀਤ, ਸਾਰੇ ਪੰਜਾਬ ਵਿੱਚ ਸੁਖਦੇਵ ਜੀ ਅਸਾਂ ਹੁਣ ਲੋਕ ਇਸਤਰੀ ਸਭਾ ਬਣਾਈ ਹੈ। ਜ਼ਿਲ੍ਹੇ ਪਿੰਡ ਵਿੱਚ ਉਹਦੀਆਂ ਸ਼ਾਖਾਂ ਬਣ ਰਹੀਆਂ ਨੇ ਤੇ ਪੰਜਾਬ ਦੀ ਇਸਤਰੀ ਆਪਣੇ ਦੁੱਖਾਂ ਦੀ ਨਿਵਰਤੀ ਦੇ ਹੱਕਾਂ ਦੀ ਰਾਖੀ ਲਈ ਜਥੇਬੰਦ ਹੋ ਰਹੀ ਹੈ। ਮੈਨੂੰ ਪਤਾ ਹੀ ਭੈਣ ਜੀ ਦੇ ਪਿੰਡ ਦੀ ਲੋਕ ਇਸਤਰੀ ਸਭਾ ਦੀ ਸ਼ਾਖ ਹੈ। ਉੱਥੋਂ ਦੀ ਪ੍ਰਬੰਧਕ ਸਤਵੰਤ ਕੌਰ ਤਾਂ ਬੜੀ ਧੜੱਲੇਦਾਰ ਇਸਤਰੀ ਹੈ। ਮੈਂ ਹੁਣੇ ਉਹਦੇ ਵੱਲ ਸੁਨੇਹਾ ਭੇਜਦੀ ਹਾਂ। ਗੁਆਂਢਣ ਦੇ ਹੱਥ ਸਭਾ ਬਲਵੰਤ ਸਿੰਘ ਨੂੰ ਝੱਬਦੇ ਹੀ ਸਿੱਧੇ ਰਾਹ ਤੇ ਲਿਆ ਦੇਵੇਗੀ। ਨਿਹਾਲ ਕੌਰ, ਧੰਨ ਨਹੀਂ ਬਹੂ ਤੁਸੀਂ ਤੇ ਧੰਨ ਤੁਹਾਡੀ ਇਸਤਰੀ ਸਭਾ। ਜੇ ਤੁਸੀਂ ਮੇਰੀ ਧੀ ਦਾ ਦੁੱਖ ਨਿਵਰਤ ਕਰ ਦੇਵੋ, ਮੈਂ ਤਾਂ ਗੁਆਂਢਣ ਤੋਂ ਕੀ ਵੀ ਜਾ ਕੇ ਆਪਣੀ ਭੁੱਲ ਬਖਸ਼ਾਊਂਗੀ ਜਿਹਨੂੰ ਮੈਂ ਸਭਾ ਬਾਰੇ ਇੰਨੇ ਬੋਲ ਕਬੋਲ ਕਹੇ ਨੇ। ਸੁਖਦੇਵ ਸਿੰਘ ਦਾ ਪਿਤਾ ਗੁਰਦਿੱਤ ਸਿੰਘ ਅੰਦਰ ਆਉਂਦਾ ਹੈ। ਸੁਖਦੇਵ, ਉਹ ਬਾਪੂ ਜੀ ਵੀ ਆ ਗਏ। ਉੱਠ ਕੇ ਬਾਪੂ ਜੀ ਸਤਿ ਸ਼੍ਰੀ ਅਕਾਲ। ਗੁਰਦਿੱਤ ਸਿੰਘ, ਸਤਿ ਸ਼੍ਰੀ ਅਕਾਲ। ਸੁਣਾ ਸੁਖਦੇਵ, ਕਿੰਨਾ ਕੁ ਚਿਰ ਹੋ ਗਿਆ ਤੈਨੂੰ ਆਏ ਨੂੰ? ਸੁਖਦੇਵ, ਥੋੜਾ ਹੀ ਚਿਰ ਹੋਇਆ। ਚਿਰ ਮਤਲਬ ਸਮਾਂ, ਟਾਈਮ। ਬਾਪੂ ਜੀ ਬਸ ਆ ਕੇ ਨਹਾ ਕੇ ਰੋਟੀ ਖਾਣ ਲੱਗਾ ਸਾਂ। ਗੁਰਦਿੱਤ ਸਿੰਘ, ਬਹਿ ਜਾ, ਖਾ ਤੂੰ ਰੋਟੀ। ਮਨਜੀਤ, ਤੁਸੀਂ ਵੀ ਬੈਠੋ ਬਾਪੂ ਜੀ ਰੋਟੀ ਖਾਣ। ਗੁਰਦਿੱਤ ਸਿੰਘ, ਮੈਂ ਵੀ ਖਾ ਲੈਣਾ, ਪਰ ਸੁਖਦੇਵ ਸਿੰਘ ਦੀ ਮਾਂ ਇਉਂ ਕਿਉਂ ਬੁੱਲ ਢਿੱਲੇ ਕਰੀ ਖੜੀ ਹੈ? ਕੀ ਗੱਲ ਹੈ ਸੁਖਦੇਵ ਦੀ ਮਾਂ? ਨਿਹਾਲ ਕੌਰ ਡੁਸਕਦੀ ਹੋਈ, ਆ ਬੀਬੀ ਦੀ ਚਿੱਠੀ ਆਈ ਹੈ। ਗੁਰਦਿੱਤ ਸਿੰਘ, ਕਿਉਂ ਸੁੱਖ ਤਾਂ ਹੈ? ਨਿਹਾਲ ਕੌਰ, ਊਂ ਤਾਂ ਸੁੱਖ ਸਾਂਦੀ ਹੈ, ਪਰ ਉਹੀ ਗੱਲ, ਪ੍ਰਾਹੁਣਾ ਕਿਸੇ ਕੰਮ ਦਾ ਨਹੀਂ। ਗੁਰਦਿੱਤ ਸਿੰਘ, ਕੀ ਆਖਦਾ ਪ੍ਰਾਹੁਣਾ? ਨਿਹਾਲ ਕੌਰ, ਆਹੀ ਮੁੰਡੇ ਨੇ ਪੜ੍ਹ ਕੇ ਸੁਣਾਇਆ ਏ, ਬੀਬੀ ਵਿਚਾਰੀ ਦੁਖੀ ਏ। ਗੁਰਦਿੱਤ ਸਿੰਘ, ਦੁਖੀ ਤਾਂ ਹੈ, ਪਰ ਗੱਲ ਕੀ ਹੈ? ਦੁਖੀ ਦਾ ਤਾਂ ਮੈਨੂੰ ਪਤਾ ਹੀ ਹੈ। ਜਗੀਰਦਾਰਾਂ ਦੇ ਘਰ ਧੀ ਨੂੰ ਵਿਆਹ ਕੇ ਤੂੰ ਸੁੱਖ ਦੀ ਆਸ ਰੱਖੀ ਹੋਣੀ ਹੈ। ਨਿਹਾਲ ਕੌਰ, ਤੁਸੀਂ ਤਾਂ ਬਥੇਰਾ ਕਹਿੰਦੇ ਸੀ ਜਗੀਰਦਾਰਾਂ ਨਾਲ ਆਪਣੀ ਨਿਭਣੀ ਨਹੀਂ। ਮੇਰੀ ਮੱਤ ਨੂੰ ਖਬਰ ਕਿੰਨੀ ਕੀ ਹੋ ਗਿਆ ਸੀ ਕਿਸਮਤ ਧੀ ਦੀ। ਗੁਰਦਿੱਤ ਸਿੰਘ, ਪਰ ਹੁਣ ਗੱਲ ਕੀ ਹੋਈ? ਸੁਖਦੇਵ ਸਿੰਘ, ਗੱਲ ਕੀ ਹੋਣੀ ਹੈ ਬਾਪੂ ਜੀ? ਬਲਵੰਤ ਸਿੰਘ ਕਹਿੰਦੇ ਮੈਂ ਹੋਰ ਵਿਆਹ ਕਰਵਾ ਲੈਣਾ। ਗੁਰਦਿੱਤ ਸਿੰਘ, ਕਰਵਾ ਲਵੇ, ਕੱਲ ਕਰਾਉਂਦਾ ਅੱਜ ਕਰਾ ਲਵੇ। ਮੈਂ ਧੀ ਨੂੰ ਬੁਲਾ ਲੂੰ ਇੱਥੇ ਆਪਣੇ ਕੋਲ। ਮੇਰੇ ਕੋਲ ਧੀ ਦੀ ਉਮਰ ਲੰਘਾ ਦੇਣ ਜੋਗਾ ਬਥੇਰਾ ਹੀ ਗੁਰੂ ਦਾ ਦਿੱਤਾ ਹੋਇਆ। ਸੁਖਦੇਵ, ਕੋਈ ਨਹੀਂ ਬਾਪੂ ਜੀ, ਵਿਆਹ ਕਰਾ ਲਊ। ਉਹ ਦੂਜਾ ਮਖੌਲ ਹੈ, ਦੂਜਾ ਵਿਆਹ। ਅਸੀਂ ਮਰ ਗਏ, ਮੁਜਾਰਿਆਂ ਨਾਲੋਂ ਵੀ ਮਾੜੇ ਹਾਂ ਅਸੀਂ। ਮੁਜਾਰਿਆਂ ਤੋਂ ਤਾਂ ਪਹਿਲਾਂ ਖਹਿੜਾ ਛੁਡਾ ਲਵੇ। ਮਨਜੀਤ, ਉਹਨਾਂ ਨਾਲ ਕਿਹੜਾ ਸੁਰ ਨਾਲ ਵਰਤਦਾ? ਨਿੱਤ ਦਿਹਾੜੀ ਦਾ ਵੈਰ ਚੁੱਕਿਆ ਹੋਇਆ। ਬੀਬੀ ਕਹਿੰਦੀ ਸੀ ਹਰ ਦਮ ਜਾਣ ਦਾ ਖਤਰਾ ਰਹਿੰਦਾ ਈ। ਗੁਰਦਿੱਤ ਸਿੰਘ, ਖਤਰਿਆਂ ਨੂੰ ਕੀ ਸਮਝਦੇ ਨੇ ਇਹੋ ਜਿਹੇ? ਇਹਨਾਂ ਜਗੀਰਦਾਰਾਂ ਨਾਲ ਤਾਂ ਸੰਬੰਧ ਪਾਉਣ ਵਾਲਾ ਪਰਲੇ ਦਰਜੇ ਦਾ ਅਹਿਮਕ ਹੁੰਦਾ। ਬਾਹਰ ਟਾਂਗੇ ਦਾ ਖੜਾਕ ਸੁਣਾਈ ਦਿੰਦਾ ਹੈ। ਮਨਜੀਤਾ, ਟਾਂਗਾ ਹੋਰ ਕਿਹਦਾ ਆ ਗਿਆ? ਆਪਣੇ ਘਰ ਨੂੰ ਹੀ ਆਉਂਦਾ। ਟਾਂਗਾ ਦਰਵਾਜ਼ੇ ਵਿੱਚ ਆ ਕੇ ਖਲੋ ਗਿਆ ਤੇ ਉਸ ਵਿੱਚੋਂ ਉਤਰ ਕੇ ਸੁਖਦੇਵ ਕੌਰ 2 ਬੱਚੀਆਂ 5 ਤੇ 3 ਸਾਲ ਦੀਆਂ ਨਾਲ ਸਟੇਜ ਤੇ ਦਿਖਾਈ ਦਿੰਦੀ ਹੈ। ਸੁਖਦੇਵ, ਲਓ ਉਹ ਬੀਬੀ ਆ ਗਈ। ਮਨਜੀਤ, ਹੈਂ ਬੀਬੀ? ਆਪ ਉੱਠ ਕੇ ਬੀਬੀ ਵੱਲ ਨੂੰ ਔਲਦੀ ਹੈ। ਮੈਂ ਉਡੀਕਦੀ ਤਾਂ ਸੀ ਬੀਬੀ ਨੂੰ, ਪਰ ਇਸ ਚਿੱਠੀ ਦੇ ਸਭ ਕੁਝ ਭੁਲਾ ਦਿੱਤਾ ਸੀ। ਨੱਸ ਕੇ ਜਾ ਕੇ ਸੁਖਦੇਵ ਕੌਰ ਨੂੰ ਜੱਫੀ ਪਾ ਲੈਂਦੀ ਹੈ। ਨਿਹਾਲ ਕੌਰ ਸੁਖਦੇਵ ਕੌਰ ਵੱਲ ਨੂੰ ਔਲਦੀ ਹੋਈ, ਬੀਬੀ ਸੁੱਖ ਨਾਲ ਤਾਂ ਆਈ ਏ। ਛੋਟੀ ਬੱਚੀ ਨੂੰ ਗੋਦੀ ਵਿੱਚ ਲੈ ਲੈਂਦੀ ਹੈ। ਸੁਖਦੇਵ ਕੌਰ, ਸੁੱਖ ਨਾਲ ਹੀ ਆਈ ਹੈ, ਮੇਰੀ ਚਿੱਠੀ ਦਾ ਫਿਕਰ ਨਾ ਕਰੋ ਬਹੁਤਾ। ਮਨਜੀਤ ਦੀ ਜੱਫੀ ਛੱਡਦੀ ਹੋਈ, ਮੈਂ ਤਾਂ ਵੀਰ ਨੂੰ ਮਿਲਣ ਆਈ ਹਾਂ। ਸੁਖਦੇਵ ਵੱਲ ਨੂੰ, ਤੂੰ ਵੀਰ ਲਿਖਿਆ ਜੋ ਸੀ ਬਈ ਮੈਂ ਛੇਤੀ ਮੁੜ ਆਉਣਾ। ਮੈਂ ਆਖਿਆ ਕਾਹਨੂੰ?
ਕੋਈ ਦਿਨ ਖੁਝਾਵਾਂ। ਸੁਖਦੇਵ ਬਹੁਤ ਚੰਗਾ ਕੀਤਾ। ਬੀਬੀ ਸਤਿ ਸ਼੍ਰੀ ਅਕਾਲ ਵੱਡੀ ਬੱਚੀ ਨੂੰ ਪਿਆਰ ਦਿੰਦਾ ਹੈ। ਸਤਿ ਸ਼੍ਰੀ ਅਕਾਲ ਗੋਗੀ। ਗੋਗੀ ਹੌਲੀ ਜੀ ਸਤਿ ਸ਼੍ਰੀ ਅਕਾਲ ਮਾਮਾ ਜੀ। ਸੁਖਦੇਵ ਕੌਰ ਬਾਪੂ ਜੀ ਸਤਿ ਸ਼੍ਰੀ ਅਕਾਲ। ਨਿਹਾਲ ਕੌਰ ਜੱਫੀ ਪਾ ਕੇ ਮਿਲਦੀ ਹੋਈ ਤੁਸੀਂ ਚੁੱਪਚਾਪ ਖੜੇ ਹੋ। ਗੁਰਦਿੱਤ ਸਿੰਘ ਸਤਿ ਸ਼੍ਰੀ ਅਕਾਲ। ਪਰ ਆਹ ਚਿੱਠੀ ਕੀ ਕਹਿੰਦੀ ਹੈ? ਤੇਰੀ ਇਹ ਚਿੱਠੀ ਹੈ ਨਾ? ਚਿੱਠੀ ਉਸਨੂੰ ਫੜਾਉਂਦਾ ਹੈ। ਸੁਖਦੇਵ ਕੌਰ ਚਿੱਠੀ ਤਾਂ ਮੇਰੀ ਹੈ, ਪਰ ਕਿਹੜੀ ਐਡੀ ਫਿਕਰ ਦੀ ਗੱਲ ਹੈ ਇਹਦੇ 'ਚ? ਸ਼ਰਾਬ ਕੋਈ ਨਵੀਂ ਗੱਲ ਹੈ ਉਹਨਾਂ ਲਈ? ਸਾਡੇ ਘਰ ਦਾ ਕਲੇਸ਼ ਤੁਹਾਡੇ ਲਈ ਕੋਈ ਨਵੀਂ ਗੱਲ ਹੈ ਮਨਜੀਤ? ਪਰ ਬੀਬੀ ਇਹਦੇ 'ਚ ਤਾਂ ਕੁਝ ਹੋਰ ਹੀ ਲਿਖਿਆ ਹੋਇਆ ਬਈ ਬਲਵੰਤ ਸਿਉਂ ਹੋਰੀ ਦੂਜਾ ਵਿਆਹ ਕਰਾਉਂਦੇ ਨੇ। ਸੁਖਦੇਵ ਕੌਰ ਚਿੱਠੀ ਨੂੰ ਖੋਲ ਕੇ ਦੇਖਦੇ ਹੈ ਦੂਜਾ ਵਿਆਹ? ਇਹ ਜਿਹੀ ਤਾਂ ਹਾਲੇ ਕੋਈ ਗੱਲ ਨਹੀਂ ਹੋਈ। ਕੱਲ ਨੂੰ ਹੋ ਜਾਵੇ ਤਾਂ ਕੋਈ ਚਰਜ ਨਹੀਂ। ਚਿੱਠੀ ਪੜ੍ਹ ਕੇ ਅੱਛਾ ਮਨਜੀਤ ਕਿਉਂ? ਸੁਖਦੇਵ ਇਹ ਗੱਲ ਉਹਨਾਂ ਨੇ ਆਪ ਵਧਾ ਦਿੱਤੀ। ਅੱਛਾ ਤੁਹਾਡੇ ਡਰਾਬੇ ਦਿੰਦੇ ਨੇ ਦੂਜੇ ਵਿਆਹ ਦੇ ਤੁਹਾਨੂੰ? ਸੁਖਦੇਵ ਕੌਰ ਉਹਨਾਂ ਨੇ ਆਪ ਲਿਖ ਦਿੱਤੀ ਇਹ ਗੱਲ। ਸੁਖਦੇਵ ਕੌਰ ਤੇ ਹੋਰ ਚਿੱਠੀ ਸੁਖਦੇਵ ਸਿੰਘ ਨੂੰ ਫੜਾਉਂਦੀ ਹੈ। ਤੁਸੀਂ ਉਹਨਾਂ ਦਾ ਵੱਖਰਾ ਦਸਤਖਤ ਨਹੀਂ ਪਛਾਣਿਆ? ਸੁਖਦੇਵ ਚਿੱਠੀ ਨੂੰ ਵੇਖਦਾ ਹੈ। ਵਾਹ ਬਈ ਵਾਹ, ਸਾਡਾ ਤਾਂ ਚੰਗਾ ਮੌਜੂ ਬਣਾਇਆ, ਪਰ ਮਾਂ ਜੀ ਦਾ ਮੌਜੂ ਨਹੀਂ ਬਣਿਆ। ਇਹਨਾਂ ਨੂੰ ਤਾਂ ਚੰਗੀ ਸੋਹਣੀ ਸਿੱਖਿਆ ਮਿਲਣੀ ਚਾਹੀਦੀ ਹੈ। ਨਿਹਾਲ ਕੌਰ ਮਿਲ ਗਈ ਏ ਵੇ ਪੁੱਤ ਸਿੱਖਿਆ, ਹੁਣ ਮੇਰੇ ਮਗਰ ਇਹ ਗੱਲ ਨਾ ਪਾ ਦਿਓ। ਸੁਖਦੇਵ ਕੌਰ ਕੀ ਸਿੱਖਿਆ ਮਿਲ ਗਈ ਮਾਂ ਜੀ ਨੂੰ? ਸੁਖਦੇਵ ਆਪੇ ਦੱਸ ਦੇਣਗੇ ਤੈਨੂੰ। ਮਨਜੀਤ ਸੁਖਦੇਵ ਕੌਰ ਨੂੰ ਜੱਫੀ ਪਾਉਂਦੀ ਹੋਈ ਬੜੇ ਮੌਕੇ ਤੇ ਆਈ ਹੈ ਬੀਬੀ, ਤੂੰ ਜੱਫੀ ਛੱਡ ਕੇ ਹੁਣ ਚੱਲ ਮੂੰਹ ਹੱਥ ਧੋ ਕੇ ਰੋਟੀ ਖਾਣ ਦੀ ਤਿਆਰੀ ਕਰ। ਸੁਖਦੇਵ ਪਾਸੋਂ ਬੱਚੀ ਨੂੰ ਫੜ ਕੇ ਮੂੰਹ ਚੁੰਮਦੀ ਹੈ। ਪਰਦਾ ਡਿੱਗਦਾ ਹੈ ਤੇ ਜਿਹੜਾ ਇਕਾਂਗੀ ਨਾਟਕ ਹੁੰਦਾ ਹੈ ਉਹ ਪੂਰਾ ਹੋ ਜਾਂਦਾ ਹੈ। ਸ਼ਬਦਾਂ ਦੇ ਅਰਥ: ਢਿੱਲ ਲਾਉਣਾ, ਜ਼ੋਰ ਲਾਉਣਾ, ਗਲੋਟੇ, ਸੂਤਰ ਦਾ ਮੁੱਢਾ, ਚਰਖੇ ਦੇ ਕੱਤ ਕੇ ਬਣਾਇਆ ਹੋਇਆ ਸੂਤ ਦਾ ਪਿੰਨਾ ਜੋ ਅੰਡੇ ਦੇ ਆਕਾਰ ਦਾ ਹੁੰਦਾ ਹੈ। ਵਿਦਵਾਨ ਉਹ ਜਿਸ ਨੇ ਵਿੱਦਿਆ ਪੜ੍ਹੀ ਹੋਵੇ। ਮਨਸੂਬੇ ਮਨਸਾ ਇਰਾਦਾ, ਕਲੇਸ਼ ਝਗੜਾ, ਪੂਣੀਆਂ ਕੱਤਣ ਲਈ ਪੂਣ ਸਿਲਾਈ ਤੇ ਵਲੇਟ ਕੇ ਤਿਆਰ ਕੀਤੀ ਹੋਈ ਪਿੰਜੀ ਰੂਹ, ਤਾਬਿਆਦਾਰ ਆਗਿਆ ਵਿੱਚ ਰਹਿਣ ਵਾਲਾ, ਛੁੱਟੜ ਛੱਡੀ ਜਾਂ ਤਿਆਗੀ ਹੋਈ ਤੀਵੀਂ, ਇਜਾਜ਼ਤ ਆਗਿਆ, ਖੇਖਣਹਾਰੀ, ਪਖੰਡ ਜਾਂ ਮੱਕਰ ਕਰਨ ਵਾਲੀ ਚਲਾਕ ਤੀਵੀਂ, ਕੁਣਕੇ ਕੜਾ, ਗੁਸਲ ਕਰਨਾ, ਇਸ਼ਨਾਨ ਕਰਨਾ, ਹਮਾਤੜ, ਸਾਡੇ ਵਰਗਾ ਸਿੱਧਾ ਸਾਦਾ ਆਮ ਆਦਮੀ ਜੋ ਕਿਸੇ ਵਿਸ਼ੇਸ਼ਤਾ ਦਾ ਮਾਲਕ ਨਾ ਹੋਵੇ। ਹੁਣ ਅਸੀਂ ਇਸ ਦੇ ਪ੍ਰਸ਼ਨਾਂ ਦੇ ਉੱਤਰ ਕਰਦੇ ਹਾਂ। ਪਹਿਲਾ ਪ੍ਰਸ਼ਨ ਹੈ, ਹੇਠ ਲਿਖੀ ਵਾਰਤਾਲਾਪ ਨੂੰ ਧਿਆਨ ਨਾਲ ਪੜ੍ਹੋ ਤੇ ਪੁੱਛੇ ਗਏ ਪ੍ਰਸ਼ਨਾਂ ਦੇ ਉੱਤਰ ਦਿਓ। ਉਹ ਮੇਰਾ ਤਾਂ ਕੋਈ ਨਹੀਂ ਕਰਦਾ ਜੀ, ਤੁਸੀਂ ਆਪਣੇ ਪੁੱਤਰ ਦੇ ਦੂਜੇ ਵਿਆਹ ਤੇ ਡਰਾਬੇ ਦਿੰਦੇ ਰਹਿੰਦੇ ਹੋ, ਪਰ ਮਾਂ ਜੀ ਮੈਂ ਮਗਰੋਂ ਨਹੀਂ ਲੈਣ ਵਾਲੀ ਐਡੀ ਸੌਖੀ। ਤੁਸੀਂ ਕਰੋ ਆਪਣੇ ਪੁੱਤ ਦਾ ਦੂਜਾ ਵਿਆਹ, ਮੈਂ ਤੁਹਾਡੇ ਦਰ ਤੇ ਸ਼ਹੀਦ ਹੋ ਕੇ ਮਰ ਜਾਵਾਂ। ਇਹ ਸ਼ਬਦ ਕਿਸਨੇ ਕਿਸ ਨੂੰ ਕਹੇ? ਇਹ ਸ਼ਬਦ ਮਨਜੀਤ ਕੌਰ ਨੇ ਆਪਣੀ ਸੱਸ ਨੂੰ ਕਹੇ। ਅਗਲਾ ਪ੍ਰਸ਼ਨ ਹੈ, ਮਨਜੀਤ ਕੌਰ ਦੀ ਸੱਸ ਉਸ ਨੂੰ ਕਿਸ ਗੱਲ ਦਾ ਡਰਾਬਾ ਦਿੰਦੀ ਹੈ? ਤਾਂ ਆਪਣੇ ਪੁੱਤਰ ਦਾ ਦੂਜਾ ਵਿਆਹ ਕਰਨ ਦਾ ਡਰਾਬਾ ਉਸ ਨੂੰ ਦਿੰਦੀ ਹੈ। ਸੱਸ ਵੱਲੋਂ ਦਿੱਤੇ ਡਰਾਬੇ ਦੇ ਸੰਬੰਧ ਵਿੱਚ ਮਨਜੀਤ ਕੌਰ ਕੀ ਆਖਦੀ ਹੈ? ਮਨਜੀਤ ਕੌਰ ਕਹਿੰਦੀ ਹੈ ਕਿ ਉਹ ਉਹਨਾਂ ਦੇ ਦਰਵਾਜ਼ੇ ਤੇ ਆਪਣੀ ਜਾਨ ਦੇ ਦੇਵੇਗੀ। ਜਦੋਂ ਬਾਪੂ ਜੀ ਸਿਪਾਹੀ ਭਰਤੀ ਹੋਏ ਤਾਂ ਉਹਨਾਂ ਦਾ ਵਿਆਹ ਹੋਇਆ ਸੀ। ਸਰਦਾਰ ਬਣਨ ਵੇਲੇ ਤੱਕ ਇੱਕ ਮੁੰਡਾ ਤੇ ਇੱਕ ਕੁੜੀ, ਮੈਂ ਤੇ ਭੈਣ ਜੀ ਹੀ ਪੈਦਾ ਹੋਏ ਤੇ ਬਾਪੂ ਜੀ ਨੇ ਸ਼ਾਇਦ ਫੌਜੀ ਨੁਕਤੇ ਤੋਂ ਇੰਨੀ ਕੁ ਸੰਤਾਨ ਨੂੰ ਕਾਫੀ ਨਾ ਸਮਝਿਆ ਤੇ ਦੂਜਾ ਵਿਆਹ ਕਰਵਾ ਲਿਆ। ਇਹ ਸ਼ਬਦ ਕਿਸਨੇ ਕਿਸ ਨੂੰ ਕਹੇ? ਸੁਖਦੇਵ ਸਿੰਘ ਨੇ ਆਪਣੀ ਪਤਨੀ ਮਨਜੀਤ ਕੌਰ ਨੂੰ। ਫਿਰ ਅਗਲਾ ਪ੍ਰਸ਼ਨ ਹੈ, ਬਾਪੂ ਜੀ ਨੇ ਸਰਦਾਰ ਬਣਨ ਤੇ ਪਰਿਵਾਰ ਵਿੱਚ ਕੀ ਵਾਧਾ ਹੋਇਆ? ਬਾਪੂ ਜੀ ਦੇ ਸਰਦਾਰ ਬਣਨ ਤੇ ਪਰਿਵਾਰ ਵਿੱਚ 2 ਬੱਚੇ ਸਨ, ਇੱਕ ਸੁਖਦੇਵ ਤੇ ਦੂਸਰਾ ਉਸਦੇ ਵੱਡੇ ਭੈਣ ਜੀ। ਬਾਪੂ ਜੀ ਨੇ ਦੂਜਾ ਵਿਆਹ ਕਰਵਾਉਣ ਪਿੱਛੇ ਉਹਨਾਂ ਦੀ ਕਿਹੜੀ ਸੋਚ ਕੰਮ ਕਰ ਰਹੀ ਸੀ? ਬਾਪੂ ਜੀ ਦੇ ਦੂਜਾ ਵਿਆਹ ਕਰਵਾਉਣ ਪਿੱਛੇ ਉਹਨਾਂ ਦੀ ਫੌਜੀ ਸੋਚ ਕੰਮ ਕਰ ਰਹੀ ਸੀ। ਹੁਣ ਅਗਲਾ ਹੈ ਪੈਰਾ, ਦੁਖੀ ਤਾਂ ਹੈ ਪਰ ਗੱਲ ਕੀ ਹੈ? ਦੁਖੀ ਤਾਂ ਮੈਨੂੰ ਪਤਾ ਹੀ ਹੈ, ਜਗੀਰਦਾਰਾਂ ਦੇ ਘਰ ਧੀ ਨੂੰ ਵਿਆਹ ਕੇ ਤੂੰ ਸੁੱਖ ਦੀ ਆਸ ਰੱਖੀ ਹੋਣੀ ਹੈ। ਹੁਣ ਅਗਲਾ ਪ੍ਰਸ਼ਨ ਹੈ, ਇਹ ਸ਼ਬਦ ਕਿਸਨੇ ਕਿਸ ਨੂੰ ਕਹੇ? ਤਾਂ ਇਹ ਸ਼ਬਦ ਗੁਰਦਿੱਤ ਸਿੰਘ ਨੇ ਆਪਣੀ ਪਤਨੀ ਨਿਹਾਲ ਕੌਰ ਨੂੰ ਕਹੇ। ਗੁਰਦਿੱਤ ਸਿੰਘ ਨੂੰ ਕਿਸ ਗੱਲ ਦਾ ਪਤਾ ਹੈ? ਗੁਰਦਿੱਤ ਸਿੰਘ ਨੂੰ ਆਪਣੀ ਧੀ ਦੇ ਦੁਖੀ ਹੋਣ ਬਾਰੇ ਪਤਾ ਹੈ। ਗੁਰਦਿੱਤ ਸਿੰਘ ਅਨੁਸਾਰ ਉਸਦੀ ਧੀ ਦੇ ਦੁਖੀ ਹੋਣ ਦਾ ਕੀ ਕਾਰਨ ਹੈ? ਉਸਦੀ ਧੀ ਦੇ ਦੁਖੀ ਹੋਣ ਦਾ ਕਾਰਨ ਉਸਦਾ ਜਗੀਰਦਾਰੀ ਸੋਚ ਵਾਲੇ ਪਰਿਵਾਰ ਵਿੱਚ ਵਿਆਹ ਹੋਣਾ ਹੈ। ਫਿਰ ਅਗਲਾ ਪੈਰਾ ਹੈ, ਨਹੀਂ ਬਹੂ ਮੈਨੂੰ ਮਾफ़ ਕਰੀ, ਮੈਂ ਤੇਰੇ ਨਾਲ ਜਿਹੜੀਆਂ ਦੂਜੇ ਵਿਆਹ ਦੀਆਂ ਗੱਲਾਂ ਕੀਤੀਆਂ ਨੇ ਮੈਂ ਭੁੱਲੀ। ਮੈਂ ਤਾਂ ਆਪ ਇਸ ਦੂਜੇ ਵਿਆਹ ਦਾ ਬਥੇਰਾ ਨਰਕ ਭੋਗ ਚੁੱਕੀ ਹਾਂ। ਮੇਰੀ ਧੀ ਤੇ ਇਹ ਹੋਣੀ ਕਿਹੜੇ ਪਾਪ ਦਾ ਫਲ ਹੋ ਕੇ ਬੀਤਦੀ ਹੈ। ਜਿਹੜੇ ਬਹੂ ਮੈਂ ਤੈਨੂੰ ਬੋਲ ਕਬੋਲ ਕਹੇ ਨੇ ਉਹਨਾਂ ਬੋਲਾਂ ਦੀ ਮੈਂ ਤੇਤੋਂ ਤੇ ਵਾਹਿਗੁਰੂ ਤੋਂ ਮਾफ़ੀ ਮੰਗਦੀ ਹਾਂ। ਇਹ ਸ਼ਬਦ ਕਿਸਨੇ ਕਿਸ ਨੂੰ ਕਹੇ? ਤਾਂ ਇਹ ਸ਼ਬਦ ਨਿਹਾਲ ਕੌਰ ਨੇ ਆਪਣੀ ਨੂੰਹ ਮਨਜੀਤ ਕੌਰ ਨੂੰ ਕਹੇ।
ਨਿਹਾਲ ਕੌਰ ਆਪਣੀ ਨੂੰਹ ਤੋਂ ਮਾफ़ੀ ਕਿਉਂ ਮੰਗਦੀ ਹੈ? ਉਹ ਉਸਨੂੰ ਆਪਣੇ ਪੁੱਤਰ ਦੇ ਦੂਜੇ ਵਿਆਹ ਦੀਆਂ ਧਮਕੀਆਂ ਦਿੰਦੀ ਸੀ। ਨਿਹਾਲ ਕੌਰ ਆਪਣੀ ਧੀ ਦੀ ਕਿਹੜੀ ਹੋਣੀ ਦੀ ਗੱਲ ਕਰਦੀ ਹੈ? ਉਹ ਤਾਂ ਆਪਣੇ ਪੁੱਤਰ ਦੇ ਦੂਜੇ ਵਿਆਹ ਦੀ ਗੱਲ ਕਰ ਰਹੀ ਸੀ ਤੇ ਹੋਣੀ ਉਸਦੀ ਧੀ ਦੇ ਪਤੀ ਦੇ ਦੂਜੇ ਵਿਆਹ 'ਤੇ ਹਾਲਾਤ ਬਣਾ ਰਹੀ ਸੀ। ਹੁਣ ਹੇਠ ਲਿਖੇ ਪਾਤਰਾਂ ਦਾ ਪਾਤਰ ਚਿਤਰਨ ਕਰੋ। ਤਾਂ ਇਸ ਦੇ ਵਿੱਚ 3 ਪਾਤਰ ਆਏ ਨੇ, ਨਿਹਾਲ ਕੌਰ, ਮਨਜੀਤ ਤੇ ਸੁਖਦੇਵ, ਜਿਹੜੇ ਇਸ ਦੇ ਮੇਨ ਪਾਤਰ ਨੇ। ਨਿਹਾਲ ਕੌਰ ਸੰਤ ਸਿੰਘ ਸੇਖੋਂ ਦੇ ਇਕਾਂਗੀ ਨਾਟਕ ਦੂਜਾ ਵਿਆਹ ਦੀ ਮੁੱਖ ਪਾਤਰ ਹੈ। ਉਹ ਗੁਰਦਿੱਤ ਸਿੰਘ ਦੀ ਪਤਨੀ ਹੈ। ਸੁਖਦੇਵ ਸਿੰਘ ਤੇ ਸੁਖਦੇਵ ਕੌਰ ਉਸਦੇ 2 ਬੱਚੇ ਹਨ। ਮਨਜੀਤ ਕੌਰ ਉਸਦੀ ਨੂੰਹ ਹੈ, ਨੂੰਹ ਯਾਨੀ ਕਿ ਉਸकी ਜੋ ਬਹੂ। ਉਹ ਕਾਲੇ ਸੁਭਾਅ ਦੀ ਮਾਲਕ ਹੈ। ਉਹ ਪੇਂਡੂ ਸੱਭਿਆਚਾਰ ਨੂੰ ਦਰਸਾਉਂਦੀ ਨਜ਼ਰ ਆਉਂਦੀ ਹੈ। ਆਪਣੀ ਨੂੰਹ ਨਾਲ ਉਸਦੀ ਬਿਲਕੁਲ ਨਹੀਂ ਬਣਦੀ। ਉਹ ਉਸ ਵਿੱਚ ਨੁਕਸ ਕੱਢਦੀ ਰਹਿੰਦੀ ਹੈ। ਆਪਣੇ ਬੱਚਿਆਂ ਨੂੰ ਬਹੁਤ ਪਿਆਰ ਕਰਦੀ ਹੈ ਅਤੇ ਉਹਨਾਂ ਪ੍ਰਤੀ ਫਿਕਰਮੰਦ ਰਹਿੰਦੀ ਹੈ। ਅੰਤ ਵਿੱਚ ਉਹ ਆਪਣੀ ਨੂੰਹ ਤੋਂ ਮਾफ़ੀ ਮੰਗਦੀ ਹੈ। ਇਸ ਤੋਂ ਪਤਾ ਲੱਗਦਾ ਹੈ ਕਿ ਉਹ ਆਪਣੀ ਗਲਤੀ 'ਤੇ ਪਛਤਾਉਣ ਵਾਲੀ ਔਰਤ ਹੈ। ਹੁਣ ਅਗਲੀ ਪਾਤਰ ਹੈ ਮਨਜੀਤ ਸੰਤ ਸਿੰਘ ਸੇਖੋਂ ਦੇ ਇਕਾਂਗੀ ਨਾਟਕ ਦੂਜਾ ਵਿਆਹ ਦੀ ਮੁੱਖ ਪਾਤਰ ਹੈ। ਇਹ ਸੁਖਦੇਵ ਸਿੰਘ ਦੀ ਪਤਨੀ ਹੈ। ਇਹ ਇੱਕ ਆਧੁਨਿਕ ਖਿਆਲਾਂ ਵਾਲੀ ਪੜ੍ਹੀ ਲਿਖੀ ਔਰਤ ਹੈ। ਉਹ ਸਿਆਣੀ ਮੁਟਿਆਰ ਹੈ। ਉਹ ਆਪਣੀ ਸੱਸ ਦੀਆਂ ਗੱਲਾਂ ਦਾ ਗੁੱਸਾ ਨਹੀਂ ਕਰਦੀ। ਉਹ ਆਪਣੀ ਸੱਸ ਦਾ ਆਦਰ ਕਰਦੀ ਹੈ। ਉਹ ਪਿੰਡ ਦੀ ਇਸਤਰੀ ਸਭਾ ਦੀ ਮੈਂਬਰ ਹੈ। ਉਹ ਪੜ੍ਹਾਈ ਵਿੱਚ ਰੁਚੀ ਰੱਖਦੀ ਹੈ। ਉਹ ਆਪਣੇ ਪਤੀ ਦਾ ਕਹਿਣਾ ਮੰਨਦੀ ਹੈ। ਉਹ ਆਪਣੀ ਨਨਾਣ ਪ੍ਰਤੀ ਫਿਕਰਮੰਦ ਰਹਿੰਦੀ ਹੈ ਅਤੇ ਉਸਦੇ ਪਤੀ ਦੇ ਖਰਾਬ ਵਿਹਾਰ ਕਾਰਨ ਇਸਤਰੀ ਸਭਾ ਦੀ ਸਹਾਇਤਾ ਨਾਲ ਉਸਨੂੰ ਨਿਆਂ ਦਿਵਾਉਣ ਦੀ ਗੱਲ ਕਰਦੀ ਹੈ। ਫਿਰ ਅੱਗੇ ਸੁਖਦੇਵ ਸੰਤ ਸਿੰਘ ਸੇਖੋਂ ਦੇ ਇਕਾਂਗੀ ਨਾਟਕ ਦੂਜਾ ਵਿਆਹ ਦਾ ਮੁੱਖ ਪਾਤਰ ਹੈ। ਉਹ ਗੁਰਦਿੱਤ ਸਿੰਘ ਅਤੇ ਨਿਹਾਲ ਕੌਰ ਦਾ ਬੇਟਾ ਹੈ। ਸੁਖਦੇਵ ਕੌਰ ਉਸਦੀ ਭੈਣ ਹੈ। ਮਨਜੀਤ ਉਸਦੀ ਪਤਨੀ ਹੈ। ਸੁਖਦੇਵ ਸਿੰਘ ਨਵੀਂ ਪੀੜ੍ਹੀ ਦਾ ਅਗਾਂਹ-ਵਧੂ ਖਿਆਲਾਂ ਵਾਲਾ ਨੌਜਵਾਨ ਹੈ। ਉਹ ਆਪਣੀ ਮਾਂ ਦੇ ਸੁਭਾਅ ਤੋਂ ਜਾਣੂ ਹੈ, ਇਸ ਲਈ ਉਸਦੀਆਂ ਗੱਲਾਂ ਦਾ ਗੁੱਸਾ ਨਹੀਂ ਕਰਦਾ। ਉਹ ਆਪਣੇ ਮਾਤਾ ਪਿਤਾ ਦਾ ਆਦਰ ਕਰਦਾ ਹੈ। ਉਹ ਆਪਣੇ ਕੰਮ ਆਪ ਕਰਦਾ ਹੈ। ਉਹ ਆਪਣੀ ਭੈਣ ਨੂੰ ਬਹੁਤ ਪਿਆਰ ਕਰਦਾ ਹੈ ਅਤੇ ਉਸਦੀ ਫਿਕਰ ਕਰਦਾ ਹੈ। ਤਾਂ ਬੱਚਿਓ, ਅੱਜ ਆਪਾਂ ਦੂਜਾ ਵਿਆਹ ਇਕਾਂਗੀ ਪੜ੍ਹਿਆ। ਇਸ ਵਿੱਚ ਅਸੀਂ ਦੇਖਦੇ ਹਾਂ ਕਿ ਇੱਕ ਔਰਤ ਹੈ ਜੋ ਆਪਣੀ ਨੂੰਹ ਨੂੰ ਦੂਜੇ ਵਿਆਹ ਦੀਆਂ ਧਮਕੀਆਂ ਦਿੰਦੀ ਹੈ, ਕਿਉਂਕਿ ਉਹ ਆਪ ਇਸ ਸੰਤਾਪ ਨੂੰ ਭੋਗ ਚੁੱਕੀ ਸੀ। ਇਸ ਲਈ ਉਹ ਆਪਣੀ ਨੂੰਹ ਨੂੰ ਵੀ ਇਸ ਗੱਲ ਦੇ ਡਰਾਵੇ ਦਿੰਦੀ ਹੈ। ਪਰ ਹੋਣੀ ਕੀ ਕਰਦੀ ਹੈ, ਉਸਦੀ ਧੀ 'ਤੇ ਬੀਤਦੀ ਹੈ, ਕਿਉਂਕਿ ਉਸਦੀ ਧੀ ਦਾ ਜੋ ਪਤੀ ਹੁੰਦਾ ਹੈ ਉਹ ਦੂਜੇ ਵਿਆਹ ਦੀਆਂ ਗੱਲਾਂ ਕਰਦਾ ਹੈ, ਜਿਸ ਕਰਕੇ ਉਹ ਪਛਤਾਉਂਦੀ ਹੈ ਕਿ ਮੈਂ ਆਪਣੀ ਨੂੰਹ ਨੂੰ ਜਿਹੜਾ ਕੁਝ ਬੋਲਦੀ ਰਹੀ ਹਾਂ ਉਹ ਮੇਰੀ ਧੀ 'ਤੇ ਆ ਪਿਆ। ਤਾਂ ਇਸ ਦੇ ਪ੍ਰਸ਼ਨ ਉੱਤਰ ਤੁਸੀਂ ਕਰਨੇ ਹਨ। ਪਹਿਲਾਂ ਇਕਾਂਗੀ ਨੂੰ ਪੜ੍ਹਨਾ ਹੈ, ਫਿਰ ਇਸ ਦੇ ਪ੍ਰਸ਼ਨ ਉੱਤਰ ਕਰਨੇ ਹਨ। ਜਿੰਨਾ ਚਿਰ ਇਕਾਂਗੀ ਨੂੰ ਤੁਸੀਂ ਨਹੀਂ ਪੜ੍ਹੋਗੇ ਤਾਂ ਤੁਹਾਨੂੰ ਸਮਝ ਨਹੀਂ ਆਏਗਾ।